ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨਿੱਕੀ ਖਟਾਨੀ ਜੀਅ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਮਨ ਮੁਖ
ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਬਿਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰਾਂ ਦੇ ਵਧੀਕ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਜਗਤ ਅੰਦਰ ਆਇਆ ਹੋਇਆ ਇਹ ਮਾਨਸ ਜੀਵਨ ਦੇ ਜੋ ਜੀਵ ਹੈ, ਗੁਰੂ ਚਰਨਾਂ ਵਿੱਚੋਂ ਜੇ ਦੀਖਿਆ ਦਾਨ ਪਰਮੇਸ਼ਰ ਦਾ ਨਾਮ ਨਹੀਂ ਪ੍ਰਾਪਤ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੀਆਂ ਫਿਟਕਾਰਾਂ ਪਾਈਆਂ ਨੇ ਜੋ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ। ਕਿਉਂਕਿ ਜਗਤ ਅੰਦਰ ਮਿਲਿਆ ਹੋਇਆ ਅਮੋਲਕ ਜੀਵਨ ਇਸੇ ਲਈ ਹੈ ਕਿ ਪਰਮਾਤਮਾ ਦਾ ਸਿਮਰਨ ਕਰਨਾ, ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਨੂੰ ਵਸਾ ਕੇ ਲੋਕ ਪਰਲੋਕ ਨੂੰ ਸਵਾਰਨਾ। ਪਰ ਜੇ ਪਰਮੇਸ਼ਰ ਦਾ ਨਾਮ ਜਪਦਾ ਹੀ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਹਦੇ ਜੀਵਨ ਨੂੰ ਤ੍ਰਿਗਾਕਾਰ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ। ਸਾਰੀ ਸ੍ਰਿਸ਼ਟੀ ਹੀ ਪਰਮੇਸ਼ਰ ਦੇ ਨਾਮ ਦੁਆਰਾ ਧਾਰਨ ਕੀਤੀ ਹੈ। ਜਿਤਨੇ ਵੀ ਛੋਟੇ ਵੱਡੇ ਆਕਾਰਾਂ ਤੇ ਪੈਦਾ ਕੀਤੇ ਹੋਏ ਜੀਵ ਹਨ, ਸਭ ਪਰਮੇਸ਼ਰ ਦੇ ਨਾਮ ਦੀ ਬਦੌਲਤ ਹਨ। ਫਿਰ ਕਿਤਨਾ ਵੱਡਾ ਹੈ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ, ਜਿਸ ਦੇ ਵਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹੈ, ਜੀਵ ਜਿਸ ਪਰਮੇਸ਼ਰ ਦੇ ਨਾਮ ਕਰਕੇ ਤੈਨੂੰ ਮਾਨਸ ਜੀਵਨ ਦੀ ਪ੍ਰਾਪਤੀ ਹੋਈ ਹੈ ਨਾ, ਖਾਣ ਪਹਿਨਣ ਦੀ ਪਰਮੇਸ਼ਰ ਦੇ ਨਾਮ ਦੁਆਰਾ ਹੀ ਤੈਨੂੰ ਦਾਤਾਂ ਪ੍ਰਾਪਤ ਹੋਈਆਂ। ਉਸ ਪਰਮੇਸ਼ਰ ਦਾ ਜੇ ਸ਼ੁਕਰਾਨਾ ਹੀ ਨਹੀਂ ਕਰਦਾ, ਫਿਰ ਤੇਰੇ ਜੀਵਨ ਨੂੰ ਤ੍ਰਿਗਾਕਾਰ ਹੈ। ਜਗਤ ਅੰਦਰ ਵੀ ਸੰਸਾਰ ਦੇ ਜੀਵ ਤੈਨੂੰ ਫਿਟਕਾਰਾਂ ਹੀ ਪਾਉਂਦੇ ਆ, ਪਰਮੇਸ਼ਰ ਦੇ ਦਰ ਦੇ ਵੀ ਤੈਨੂੰ ਢੋਈ ਨਹੀਂ ਮਿਲਣ ਵਾਲੀ ਜੇ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਾਂ। ਕਿਉਂਕਿ ਸਾਧ ਸੰਗਤ ਜੀ ਹਰ ਕੋਈ ਮਨੁੱਖ ਲੋਚਦਾ ਹੈ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਬਾਣੀ ਅੰਦਰ ਬਚਨ ਆਉਂਦੇ ਆ, ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਜੇਕਰ ਕੋਈ ਯਤਨ ਕਰਦਾ ਹੈ ਨਾ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ, ਮੈਂ ਪਰਮ ਸੁੱਖ ਨੂੰ ਪਾ ਲਵਾਂ, ਉਹ ਭਾਵੇਂ ਲੱਖਾਂ ਹੀ ਜਨਮ ਧਾਰਨ ਕਰਕੇ ਜਗਤ ਅੰਦਰ ਯਤਨ ਕਰਦਾ ਰਹੇ, ਪਰ ਫਿਰ ਵੀ ਪਰਮ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਜੋ ਪਰਮਾਤਮਾ ਦਾ ਪਰਮ ਆਨੰਦ ਦਾ ਸੁੱਖ ਹੈ, ਉਹ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵੀ ਬਚਨ ਕੀਤੇ ਹਨ ਗੁਰਬਾਣੀ ਅੰਦਰ ਕਿ ਪਰਮਾਤਮਾ ਦੇ ਸਿਮਰਨ ਕਰਕੇ ਦੁਨੀਆ ਦੇ ਵੀ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹੈ। ਪਰਮ ਸੁੱਖ ਤਾਂ ਪਰਮੇਸ਼ਰ ਦਾ ਹਿਰਦੇ ਕਰਕੇ ਪ੍ਰਾਪਤ ਹੋਣਾ ਹੀ ਹੈ, ਤੇ ਜੇ ਭਾਵਨਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰ ਲਵੇ
ਮਨ ਵਿੱਚ ਨਿਸ਼ਚਾ ਧਾਰਨ ਕਰਕੇ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰ ਲਏ ਕਿ ਵਾਹਿਗੁਰੂ ਦੇ ਚਰਨਾਂ ਦੀ ਸੇਵਾ ਹੀ ਕਰ ਰਿਹਾ ਹਾਂ ਮਨ ਰੂਪੀ ਹੱਥਾਂ ਨਾਲ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ ਨਾ, ਜਾ ਕੇ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਾਚਹ, ਜੋ ਸਭ ਮਹਿ ਰਹਿਆ ਸਮਾਈ। ਹਰ ਹਰ ਸਿਮਰਹੁ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਨਹੁ, ਪੂਰਨ ਹੋਵੈ ਕਾਲਾ। ਜਿਸ ਸਿਮਰਨ ਦੀ ਬਦੌਲਤ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਣ ਵਾਲੀਆਂ, ਉਸ ਪ੍ਰਭੂ ਦੇ ਸਿਮਰਨ ਨੂੰ ਤਿਆਗ ਕੇ ਹੋਰ ਕਿਉਂ ਐਵੇਂ ਦਰ ਦਰ ਤੇ ਭਟਕਦਾ ਫਿਰਦਾ ਹੈ, ਹੋਰ ਐਵੇਂ ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ ਹੈ। ਐਸੀ ਪਰਮਾਤਮਾ ਦੇ ਸਿਮਰਨ ਦੀ ਮਹਾਨ ਵਡਿਆਈ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸੁਖਮਨੀ ਸਾਹਿਬ ਦੀਆਂ ਪਹਿਲੀਆਂ 2 ਅਸ਼ਟਪਦੀਆਂ ਵਿੱਚ ਸਾਰੇ ਹਰ ਇੱਕ ਪੰਕਤੀ ਵੀ ਸਿਮਰਨ ਦੀ ਮਹਾਨਤਾ ਦਰਸਾਈ ਹੈ। ਹਰ ਇੱਕ ਪੰਕਤੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਮਰਨ ਦਾ ਮਹਾਤਮ ਦੱਸਿਆ। ਇਹ ਜੀਵ ਪਰਮਾਤਮਾ ਦਾ ਸਿਮਰਨ ਕਰਨ ਦਾ ਕਿੰਨਾ ਭਾਰੀ ਮਹਾਤਮ ਹੈ। ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਜੋ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਦਾ ਸਿਮਰਨ ਕਰਨੇ ਕਰਕੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪਰਮੇਸ਼ਰ ਦਾ ਸਿਮਰਨ ਕਰਨ ਕਰਕੇ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਸਾਰੇ ਕਾਲ ਕਲੇਸ਼ ਦੁੱਖ ਝੋਰੇ ਚਿੰਤਾਵਾਂ ਮਿਟ ਜਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਪਰ ਹਜ਼ੂਰ ਨੇ ਨਾਲ ਇਹ ਵੀ ਬਚਨ ਕੀਤੇ ਹਨ, ਸੇ ਸਿਮਰਹਿ ਜਿਨ ਆਪ ਸਿਮਰਾਏ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰੇ ਉਹ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਹੈ, ਜਿਨ੍ਹਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਆਪਣੇ ਬਲ ਦੁਆਰਾ ਵੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਇਹ ਪਰਮੇਸ਼ਰ ਕਿਰਪਾ ਕਰਕੇ ਤਰਸ ਕਰਕੇ ਜੀਵ ਤੇ ਬਖਸ਼ਿਸ਼ ਕਰ ਦੇਵੇ, ਹਿਰਦੇ ਅੰਦਰ ਨਾਮ ਦੀ ਕਣੀ ਬਖਸ਼ਿਸ਼ ਕਰ ਦੇਵੇ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਪਾਵਨ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਿਆਰ ਸਹਿਤ ਸੀਸ ਝੁਕਾਵੋ। ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰ ਰਹੇ ਹੈ, ਜਿਹੜੇ ਮਾਦਾ ਪ੍ਰਸਤ ਜੀਵ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਣਾ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮਨ ਨੂੰ ਮੋੜ ਲਿਆ ਹੈ। ਸਰੀਰ ਕਰਕੇ ਭਾਵੇਂ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦੇ, ਪਰ ਮਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਨਾਮ ਨਾ ਚੇਤੇ ਆ। ਐਸੇ ਮਨਮੁਖ ਜੀਵਾਂ ਨੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕੀਤਾ। ਕੇਵਲ ਜੋ ਮਨ ਨੂੰ ਚੰਗਾ ਲੱਗਾ, ਸੰਸਾਰ ਦੇ ਰੰਗਾਂ ਰੰਗਾਂ ਦੀ ਦੁਨੀਆ ਨੂੰ ਚੇਤੇ ਕੀਤਾ, ਦੁਨੀਆ ਦੇ ਧਨ ਪਦਾਰਥਾਂ ਨੂੰ, ਮਾਇਕੀ ਪਦਾਰਥਾਂ ਨੂੰ ਚੇਤੇ ਕੀਤਾ, ਸੰਸਾਰ ਦੇ ਸੁੱਖਾਂ ਨੂੰ ਹਰ ਸਮੇਂ ਚੇਤੇ ਕਰਦਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਮਨਮੁਖ ਜੀਵ ਨੇ ਪਰਮਾਤਮਾ ਦਾ ਨਹੀਂ ਕਦੇ ਵੀ ਚਿੰਤਨ ਕੀਤਾ। ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿਸਾਰ ਕੇ ਦੁਨੀਆ ਦੀ ਮੋਹ ਮਮਤਾ ਵਿੱਚ ਗਲਤਾਨ ਹੋ ਕੇ ਸੰਸਾਰ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰ ਰਹੇ ਹੈ, ਐਸਾ ਇਹ ਜੀਵ ਹੈ, ਸਾਖਤ ਪੁਰਸ਼ ਹੈ, ਜਿਸ ਨੂੰ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ, ਹੈ ਤਾਂ ਅੰਮ੍ਰਿਤ ਵਰਗਾ ਮਿਠਾਸ ਭਰਿਆ, ਪਰ ਸਾਧ ਸੰਗਤ ਜੀ ਸਾਖਤ ਬੰਦੇ ਨੂੰ, ਮਨਮੁਖ ਜੀਵ ਨੂੰ, ਮਾਦਾ ਪ੍ਰਸਤ ਨੂੰ ਜ਼ਹਿਰ ਦੀ ਨਿਆਈ ਲੱਗਦਾ ਹੈ। ਜਿਵੇਂ ਬਿਛੂ ਡੰਗ ਮਾਰੇ, ਸਤਿਗੁਰੂ ਜੀ ਗੁਰਬਾਣੀ ਵਿੱਚ ਭਜਨ ਕਰਦੇ ਆਏ,
ਪਰਮੇਸ਼ਰ ਦੇ ਨਾਮ ਦੀ ਸਾਖਤ ਬੰਦੇ ਦੇ ਲਾਗੇ ਗੱਲ ਕੀਤੀ ਜਾਵੇ, ਇੰਨਾ ਜ਼ਿਆਦਾ ਉਹ ਦੁਖੀ ਹੁੰਦਾ ਹੈ। ਜਿਵੇਂ ਬਿੱਛੂ ਦੇ ਡੰਗ ਮਾਰਨੇ ਤੇ ਦੁੱਖ ਹੁੰਦਾ, ਇੰਨਾ ਜ਼ਿਆਦਾ ਮਨਮੁਖ ਬੰਦੇ ਨੂੰ ਦੁੱਖ ਹੁੰਦਾ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਜ਼ਹਿਰ ਦੀ ਤਰ੍ਹਾਂ ਲੱਗਦਾ ਹੈ ਅਮਰ ਕਰਨ ਵਾਲੀ ਇਹ ਸ਼ਕਤੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਇਹ ਸਾਖਤ ਬੰਦੇ ਦੀ ਇਹ ਬਿਰਤੀ ਹੀ ਇੱਦਾਂ ਦੀ ਹੈ, ਇਹਦੀ ਸੋਚ ਹੀ ਇੱਦਾਂ ਦੀ ਹੈ ਕਿ ਪਰਮੇਸ਼ਰ ਦਾ ਨਾਮ ਇਹਨੂੰ ਕੌੜਾ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਆ ਗੁਰਬਾਣੀ ਵਿੱਚ, ਕਹਿੰਦੇ ਹਨ ਸਾਖਤ ਕੀ ਬਿਧ ਨੈਣ ਡੀਠੀ, ਕਿ ਪਰਮੇਸ਼ਰ ਦੇ ਨਾਮ ਨੂੰ ਜਿਹੜੇ ਭੁੱਲੇ ਹੋਏ ਸਾਖਤ ਜੀਵ ਹਨ, ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਕਿ ਜ਼ਹਿਰ ਦੀ ਤਰ੍ਹਾਂ ਚਾਲਨਾ ਕੀਤਾ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਨ ਕਰ ਰਹੇ ਐਸੇ ਜਿਹੜੇ ਮਨਮੁਖ ਜੀਵ ਹਨ, ਮਹਾਰਾਜ ਸੱਚੇ ਪਾਤਸ਼ਾਹ ਤੋਂ ਜਿਹੜੇ ਬੇਮੁਖ ਹੋ ਗਏ ਹਨ, ਗੁਰਮਤਿ ਨੂੰ ਜਿਨ੍ਹਾਂ ਨੇ ਵਿਸਾਰ ਦਿੱਤਾ, ਮਨਮਤ ਨੂੰ ਧਾਰਨ ਕਰ ਲਿਆ ਹੈ, ਮਨ ਦੇ ਪਿੱਛੇ ਲੱਗ ਕੇ ਹੀ ਜੀਵਨ ਨਿਰਵਾਹ ਕਰਦੇ ਆ, ਉਹਨਾਂ ਮਨਮੁਖ ਜੀਵਾਂ ਨੇ ਕਦੇ ਪਰਮੇਸ਼ਰ ਦਾ ਨਾਮ ਨਹੀਂ ਯਾਦ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਜੀਵਨ ਨੂੰ ਫਿਟਕਾਰਾ ਪਾ ਰਹੇ ਹਨ। ਜਿਹੜੇ ਮਨਮੁਖ ਜੀਵ ਪਰਮਾਤਮਾ ਦਾ ਚਿੰਤਨ ਨਹੀਂ ਕਰਦੇ, ਢਿੱਗ ਜੀਵਨ ਜਿਨ੍ਹਾਂ ਨੇ ਕਹਿੰਦੇ ਆਪਣਾ ਜੀਵਨ ਜੀਵ ਲਾਣਾ ਕੀਤਾ ਹੈ ਨਾ, ਪਹਿਲੀ ਆਰਜ਼ਾ ਜਿਨ੍ਹਾਂ ਦੀ ਲੰਘ ਗਈ ਹੈ, ਜਿੰਨੀ ਉਮਰ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਨਿਰਵਾਹ ਕਰ ਲਈ, ਉਸ ਨੂੰ ਵੀ ਤ੍ਰਿਗਾਕਾਰ ਲਾਹਣਤ ਹੈ, ਉਹਨੂੰ ਵੀ ਫਿਟਕਾਰਾ ਹੈ। ਤੇ ਤ੍ਰਿਗਵਾਸ ਕਹਿੰਦੇ ਹਨ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਆਸ ਲਗਾਈ ਹੋਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਲੰਮੀ ਜਿਹੜੀ ਜ਼ਿੰਦਗੀ ਆਸਾਂ ਨੇ ਜੀਵਨ ਸੰਸਾਰ ਦੇ ਅੰਦਰ ਜੀਵਨੀ ਹੈ, ਉਸ ਨੂੰ ਵੀ ਤ੍ਰਿਗਾਕਾਰ ਹੈ। ਸਾਧ ਸੰਗਤ ਜੀ 100 ਵਾਰ ਕਿਸੇ ਨੂੰ ਫਿਟਕਾਰ ਪਾਈ ਜਾਵੇ ਤੇ ਇੱਕ ਲਾਹਣਤ ਬਣਦੀ ਹੈ, 100 ਲਾਹਣਤਾਂ ਕਿਸੇ ਨੂੰ ਪਾਈਆ ਜਾਣ ਤੇ ਇੱਕ ਤ੍ਰਿਗ ਬਣਦਾ ਹੈ। ਤੇ ਇਹ ਸੋਚ ਲਈਏ, ਇਹ ਅਸੀਂ ਵਿਚਾਰ ਲੈਣਾ ਕਰੀਏ ਕਿ ਕਿੰਨੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਟਕਾਰਾਂ ਪਾਈਆਂ ਨੇ ਉਹਨਾਂ ਜੀਵਾਂ ਨੂੰ ਜੋ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ। ਤ੍ਰਿਗ ਜੀਵਨ ਤ੍ਰਿਗਵਾਸ ਕਹਿੰਦੇ ਹਨ, ਜਿੱਥੇ ਉਹਨਾਂ ਨੇ ਨਿਵਾਸ ਕੀਤਾ ਹੈ ਨਾ, ਜਿਸ ਘਰ ਦੇ ਵਿੱਚ ਕੋਠੀ ਬੰਗਲੇ ਵਿੱਚ ਜਿੱਥੇ ਨਿਵਾਸ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਸ ਕੋਠੀ ਘਰ ਨੂੰ ਵੱਡੇ ਵੱਡੇ ਬੰਗਲਿਆਂ ਨੂੰ ਵੀ ਤ੍ਰਿਗਾਕਾਰ ਫਿਟਕਾਰ ਹੈ, ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਹੈ ਜੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾਂਦਾ। ਜਿਵੇਂ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤੇ ਹੈ, ਜਿਨ ਕੀਤੇ ਤਿਸੇ ਨਾ ਜਾਣਨੀ ਸੇ ਤਸਕਰ ਸਭ ਚੋਰ, ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਕੀਤੇ ਹੋਏ ਨੂੰ ਜਾਣਿਆ ਨਹੀਂ ਹੈ, ਪਰਮੇਸ਼ਰ ਦੀ ਕਦਰ ਨਹੀਂ ਕਰਦੇ, ਵਾਹਿਗੁਰੂ ਦੇ ਸਿਮਰਨ ਦੀ। ਇਹ ਮਹਾਰਾਜ ਆਪ ਜੀ ਦਾ ਸਿਮਰਨ ਸਭ ਤੋਂ ਉੱਚਾ ਹੈ, ਪਰਮੇਸ਼ਰ ਆਪ ਜੀ ਦੇ ਸਿਮਰਨ ਦੀ ਮਹਾਨ ਵਡਿਆਈ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਕਦਰ ਨਹੀਂ ਕੀਤੀ, ਪਰਮੇਸ਼ਰ ਦੇ ਨਾਮ ਰੂਪੀ ਪਦਾਰਥ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਸਾਂਭਿਆ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਉਹ ਜਗਤ ਦੇ ਜੀਵ ਸਾਰੇ ਚੋਰ ਜਾਣਨਾ ਕਰ, ਤੇ ਤਸਕਰ ਜੋ ਨਾਮ ਨਾ ਦੇਵਹਿ ਵਾਸਹਿ ਕੋਟ ਪੰਚਾਸਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪਰਮਾਤਮਾ ਦਾ ਨਾਮ ਨਹੀਂ ਲੈਂਦੇ, ਉਹਨਾਂ ਨੂੰ ਚੋਰ ਜਾਣਨਾ ਕਰੋ ਕਿ ਵੱਡੇ ਚੋਰ ਹਨ। ਤਸਕਰ ਦਾ ਆਖਰੀ ਅਰਥ ਹੈ ਚੋਰ, ਜੋ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ। ਜਗਤ ਦੇ ਲੋਕਾਂ ਦੇ ਸਾਹਮਣੇ ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁਤੇ ਧਨ ਪਦਾਰਥਾਂ ਕਰਕੇ ਬੜਾ ਉਹਨਾਂ ਨੂੰ ਲੋਕ ਸਤਿਕਾਰ ਦਿੰਦੇ ਹੈ, ਪਰ ਨਾਮ ਰੂਪੀ ਧਨ ਨਾ ਹੋਣੇ ਕਰਕੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਖਜ਼ਾਨਾ ਨਾਲ ਸਾਹਮਣੇ ਕਰਕੇ ਐਸੇ ਜਿਹੜੇ ਸਾਖਤ ਜੀਵ ਹਨ ਉਹ ਪਰਮਾਤਮਾ ਦੇ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਚੋਰਾਂ ਦੀ ਨਿਆਈ ਹਨ। ਇਸ ਲਈ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਤ੍ਰਿਗ ਜੀਵਨ ਤ੍ਰਿਗਵਾਸ, ਉਹਨਾਂ ਦੇ ਜੀਵਨ ਨੂੰ ਤ੍ਰਿਗਾਕਾਰ ਹੈ, ਫਿਟਕਾਰਾ ਹਨ, ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਤੇ ਸਾਧ ਸੰਗਤ ਜੀ ਹਜ਼ੂਰ ਨੇ ਫਰਮਾਨ ਕੀਤਾ ਹੈ ਨਾ, ਜਿਹੜੇ ਸੰਸਾਰ ਦੇ ਅੰਦਰ ਮਨੁੱਖਾ ਜਾਮਾ ਪਾ ਕੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤੇ ਆਏ ਕੀ ਲੈਣ ਹਨ ਸੰਸਾਰ ਦੇ ਵਿੱਚ। ਜਿਨੇ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਮਿਰਥਾ ਸਭ ਜਾਏ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜਾ ਹੀ ਦੁਰਲਭ ਇਹ ਸਰੀਰ ਜੀਵ ਤੈਨੂੰ ਪ੍ਰਾਪਤ ਹੋਇਆ ਹੈ ਮਨੁੱਖਾ ਜੀਵਨ ਦਾ, ਪਰ ਨਾਮ ਜਪੇ ਤੋਂ ਬਿਨਾਂ ਵਿਅਰਥ ਜਾਈ ਜਾ ਰਿਹਾ ਹੈ। ਨਿਤ ਹੀ 24,000 ਸਵਾਸ ਘਟਦੇ ਜਾ ਰਹੇ ਹਨ। ਨਿਤਾ ਪ੍ਰਤੀ ਤੇਰਾ ਉਮਰਾ ਘਟਦਾ ਜਾ ਰਹੀ ਹੈ। ਹਰ ਰੋਜ਼ ਤੇਰੀ ਆਰਜਾ ਘਟਦੀ ਜਾ ਰਹੀ ਹੈ। ਇਸ ਲਈ ਪਰਮਾਤਮਾ ਦਾ ਸਿਮਰਨ ਕਰਿਆ ਕਰ, ਕਿਉਂਕਿ ਜੇ ਪੱਤਰ ਦੇ ਵਿੱਚ ਬੀਜ ਬੀਜਿਆ ਹੋਵੇ ਤੇ ਪੂਰਾ ਪੂਰਾ ਫਲ ਹੀ ਪੂਤ ਹੁੰਦਾ ਹੈ। ਤੇ ਪਰਮਾਤਮਾ ਨੇ ਸਰੀਰ ਰੂਪੀ ਧਰਤੀ ਦਿੱਤੀ ਹੈ। ਹੁਣ ਨਾਮ ਜਪਣ ਦਾ ਸਮਾਂ, ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹੁਣ ਵੱਧਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਤੇ ਜੇ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ, ਮਨ ਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਪਰਮੇਸ਼ਰ ਨੂੰ ਭਾਵਦਾ ਇਵੇਂ ਹੈ, ਜੇ ਨਾਮ ਨਹੀਂ ਜੀਵ ਜਪਦਾ ਤੇ ਫਿਰ ਬਾਰ-ਬਾਰ ਜਗਤ ਅੰਦਰ ਜਨਮ ਦਿੰਦਾ ਹੈ। ਬਾਰ-ਬਾਰ ਫਿਰ ਵਾਸ਼ਨਾ ਦਾ ਵੱਜਾ ਹੋਇਆ ਪਤਾ ਨਹੀਂ ਕਿਹੜੀਆਂ ਟੇਢੀਆਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਇਹ ਪਰਮਾਤਮਾ ਦੀ ਬਣਾਈ ਹੋਈ ਪ੍ਰਕਿਰਤੀ ਦੀ ਮਰਜ਼ਾਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਵਚਨ ਕਰ ਰਹੇ ਹਨ, ਧ੍ਰਿਗ ਜੀਵਨ ਧ੍ਰਿਗ ਵਾਸ। ਉਹਨਾਂ ਦੇ ਲੰਘੀ ਹੋਈ ਜਿਹੜੀ ਉਮਰ ਹੈ ਉਸ ਨੂੰ ਵੀ ਲਾਣਤ ਹਨ, ਧ੍ਰਿਗ ਹੈ। ਔਰ ਜੋ ਆਸਾ ਲਗਾ ਕਰਕੇ ਬੈਠੇ ਹਨ ਆਉਣ ਵਾਲੇ ਸਮੇਂ ਦੀ, ਕਿ ਬੜੇ ਖੁਸ਼ੀਆਂ ਭਰਿਆ ਆਸਾਂ ਨੇ ਆਪਣਾ ਜੀਵਨ ਬਤੀਤ ਕਰਨਾ ਹੈ। ਪਰ ਹਜ਼ੂਰ ਕਹਿੰਦੇ ਨਾਮ ਜਪੇ ਤੋਂ ਬਿਨਾਂ ਉਸ ਆਉਣ ਵਾਲੀ ਉਮਰ ਨੂੰ ਨਿਰਵਾਹ ਕਰਨ ਵਾਲੇ ਆਉਣ ਵਾਲੇ ਸਮੇਂ ਵਿੱਚ ਜੀਵਨ ਨੂੰ ਵੀ ਤ੍ਰਿਕਾਰ ਹੈ। ਸਾਧ ਸੰਗਤ ਜੀ, ਜੇ ਵਾਸਤਵ ਦੇ ਵਿੱਚ ਵਿਚਾਰਿਆ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਜੋ ਕੁਝ ਵੀ ਇਸ ਸੰਸਾਰ ਦੇ ਅੰਦਰ ਪ੍ਰਾਪਤ ਹੋਇਆ, ਇਹ ਪਰਮੇਸ਼ਰ ਦੀ ਬਖਸ਼ਿਸ਼ ਦੁਆਰਾ ਹੀ ਹੈ। ਆਪਣੇ ਬਲ ਦੁਆਰਾ ਤਾਂ ਕਦੇ ਨਹੀਂ ਨਾ ਕੁਝ ਕਿਸੇ ਨੇ ਪ੍ਰਾਪਤ ਕੀਤਾ। ਜੇ ਕੋਈ ਯਤਨ ਕਰਦਾ ਵੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਭਾਗਾਂ ਤੋਂ ਤੇ ਸਮੇਂ ਤੋਂ ਪਹਿਲਾਂ ਨਹੀਂ ਕਦੇ ਜੀਵ ਨੂੰ ਦਾਤ ਪ੍ਰਾਪਤ ਹੁੰਦੀ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਰੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਉਂ ਹੀ ਗੁਰਬਾਣੀ ਵਿੱਚ ਬਚਨ ਆਉਂਦੇ ਆ, ਕਹਿੰਦੇ ਇਹ ਜੀਵ ਨੂੰ ਇਹ ਜਾਣੋ ਕਿ ਜਿਵੇਂ 84 ਪੌੜੀਆਂ ਵਾਲੇ ਸਾਧ ਸੰਗਤ 84 ਡੰਡਿਆਂ ਵਾਲੀ ਪੌੜੀ ਹੋਵੇ ਤੇ ਉੱਪਰਲੇ ਅਖੀਰਲੇ ਸਿਰੇ ਤੇ ਚੜ ਜਾਵੇ, ਮੰਜ਼ਿਲ ਦੀ ਪ੍ਰਾਪਤੀ ਹੋਣ ਵਾਲੀ ਹੋਵੇ, ਉੱਥੋਂ ਪੈਰ ਛੁਟਕ ਜਾਵੇ ਤੇ ਸਾਧ ਸੰਗਤ ਜੀ ਫਿਰ ਜੀਵ ਦਾ ਬਚਾਅ ਨਹੀਂ ਕਦੇ ਵੀ ਹੁੰਦਾ। ਜਿਵੇਂ ਉੱਪਰਲੀ ਸਿਰੇ ਦੇ ਮੰਜ਼ਿਲ ਤੇ ਪਹੁੰਚਣਾ ਹੋਵੇ, ਪੌੜੀ ਦੇ 84 ਡੰਡੇ ਹੋਣ ਤੇ ਸਾਧ ਸੰਗਤ ਜੀ ਉੱਪਰਲੇ ਸਿਰੇ ਤੋਂ ਹੱਥ ਛੁੱਟ ਜਾਵੇ ਤੇ ਫਿਰ ਬਚਾਅ ਨਹੀਂ ਜੀਵ ਦਾ ਹੁੰਦਾ। ਇਵੇਂ ਜਿਹੜੇ 84 ਲੱਖ ਜੂਨਾਂ ਨੂੰ ਭੋਗ ਕੇ ਮਾਨਸ ਜੀਵਨ ਦੀ ਪ੍ਰਾਪਤੀ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਅਖੀਰਲਾ ਸਿਰੇ ਦਾ ਡੰਡਾ ਹੈ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਦੇਰੀ ਬਰੀਆ। ਪਰਮੇਸ਼ਰ ਦੇ ਨਾਲ ਮਿਲਣ ਦੀ ਵਾਰੀ ਹੈ। ਜੇ ਹੁਣ ਨਹੀਂ ਪਰਮਾਤਮਾ ਦੇ ਨਾਲ ਮਿਲਿਆ ਤੇ ਫਿਰ ਇਹ ਤੋਂ ਛੁੱਟ ਕੇ ਠੌਰ ਨਾ ਪਾਏ, ਕਿਤੇ ਠਾਰ ਨਹੀਂ ਤੈਨੂੰ ਪ੍ਰਾਪਤ ਹੋਣ ਵਾਲੀ। ਜੇ ਹੁਣ ਤੇਰਾ ਇਹ ਤੋਂ ਹੱਥ ਖਿਸਕ ਗਿਆ ਫਿਰ ਕਿਤੇ ਹੱਥ ਨਹੀਂ ਪੈਣਾ। ਇਸ ਲਈ ਪਰਮਾਤਮਾ ਨੇ ਤੈਨੂੰ ਸ਼ੁਭ ਅਵਸਰ ਦੀ ਦਾਤ ਬਖਸ਼ੀ ਹੈ। ਜੀਵ ਪਰਮਾਤਮਾ ਦਾ ਨਾਮ ਜਪਿਆ ਕਰ। ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤੇ ਹਨ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਬ ਚੜਾਇਆ। ਕਹਿੰਦੇ ਹਨ ਕਿ ਜੇ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਕਦੇ ਧੰਨਵਾਦ ਨਹੀਂ ਕਰਦਾ, ਭਾਵੇਂ 36 ਪ੍ਰਕਾਰ ਦੇ ਭੋਜਨ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਪਦਾਰਥ ਪਰੋਸ ਕਰਕੇ ਛਕਿਆ ਕਰ, ਪਰ ਤੇਰੇ ਛਕੇ ਹੋਏ ਐਸੇ ਪਦਾਰਥਾਂ ਨੂੰ ਧਿਰਕਾਰ ਹੈ। ਧ੍ਰਿਗ ਧ੍ਰਿਗ ਖਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਧਿਰਕਾਰ ਹੈ ਜੇ ਪਰਮਾਤਮਾ ਦਾ ਕਦੇ ਧੰਨਵਾਦ ਨਹੀਂ ਕਰਦਾ ਤਾਂ। ਇਹ ਪਰਮਾਤਮਾ ਤੇਰਾ ਸ਼ੁਕਰ ਹੈ। ਇਹ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਦੇ ਪਦਾਰਥ ਪਕਵਾਨ ਸਾਨੂੰ ਛਕਣ ਦੇ ਮਿਲੇ ਹੈ, ਕਦੇ ਧੰਨਵਾਦ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਛਕਣ ਵਾਲੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਤਾਈਂ ਧਿਰਕਾਰ ਹੈ। ਫਿਰ ਧ੍ਰਿਗ ਧ੍ਰਿਗ ਸੋਇਆ। ਹਜ਼ੂਰ ਨੇ ਕਿੰਨੀਆਂ ਸਾਧ ਸੰਗਤ ਜੀ ਫਿਟਕਾਰਾਂ ਪਾਈਆਂ। ਕਹਿੰਦੇ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਜਿਹੜਾ ਸੰਸਾਰ ਦੇ ਅੰਦਰ ਚੰਗੇ ਚੰਗੇ ਭਾਵੇਂ ਸੇਜਾਂ ਤੇ ਵੀ ਸੌਣਾ, ਮਖਮਲੀ ਚਾਦਰੇ ਵਿਛਾ ਕਰਕੇ ਭਾਵੇਂ ਚੰਗੇ ਚੰਗੇ ਸੇਜਾਂ ਤੇ ਆਰਾਮ ਕਰਦਾ, ਪਰ ਜੇ ਪਰਮੇਸ਼ਰ ਦਾ ਸਿਮਰਨ ਨਹੀਂ ਨਾ ਕਰਦਾ,
ਹਜੂਰ ਕਹਿੰਦੇ ਹਨ ਧ੍ਰਿਗ ਧ੍ਰਿਗ ਸੋਇਆ ਉਹਨਾਂ ਨੂੰ ਫਿਟਕਾਰਾ ਹੈ, ਤਿਰਕਾਰ ਹੈ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਤਾਂ। ਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਆਪਣੇ ਤਨ ਤੇ ਧਾਰਨ ਕਰਦਾ, ਚੰਗੇ ਚੰਗੇ ਪਟੰਬਰ ਆਪਣੇ ਸਰੀਰ ਦੇ ਉੱਪਰ ਪਹਿਨਦਾ ਹੈ, ਹਜੂਰ ਕਹਿੰਦੇ ਹਨ ਉਹਨਾਂ ਦੇ ਤਾਈਂ ਤਿਰਕਾਰ ਹੈ ਜੇ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦਾ ਤਾਂ। ਕਿਉਂਕਿ ਜੇ ਪ੍ਰਸਾਦ ਪਾਠ ਪਟੰਬਰ ਹਟਾਵਹਿ ਤਿਸੇ ਤਿਆਗ ਕਤ ਅਵਰ ਲੁਭਾਵਹਿ। ਜਿਸ ਪ੍ਰਸਾਦ ਪਰਮੇਸ਼ਰ ਦੀ ਕਿਰਪਾ ਦੁਆਰਾ ਚੰਗੇ ਚੰਗੇ ਰੇਸ਼ਮ ਦੇ ਚੰਗੇ ਚੰਗੇ ਪਟੰਬਰ ਤੋਂ ਕੱਪੜੇ ਆਪਣੇ ਤਨ ਤੇ ਧਾਰਨ ਕਰਦਾ ਹੈ, ਜੇ ਪਰਮਾਤਮਾ ਦਾ ਧੰਨਵਾਦ ਨਹੀਂ ਕਰਦਾ ਤੇ ਫਿਰ ਤੇਰੇ ਜੀਵਨ ਨੂੰ ਤਿਰਕਾਰ ਹੈ, ਫਿਟਕਾਰ ਹੈ ਜੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ ਤਾਂ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਵਚਨ ਆਖਦੇ ਆ ਨਾ, ਜੇ ਪ੍ਰਸਾਦ ਛਤੀਹ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰੱਖ ਮਨ ਮਾਹੇ। ਉਸ ਪਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖ, ਜਿਸ ਪਰਮਾਤਮਾ ਦੀ ਬਖਸ਼ਿਸ਼ ਦੁਆਰਾ 36 ਪ੍ਰਕਾਰ ਦੇ ਭੋਜਨ ਤੈਨੂੰ ਪ੍ਰਾਪਤ ਹੋ ਰਹੇ ਹਨ, ਤਰ੍ਹਾਂ ਤਰ੍ਹਾਂ ਦੇ ਭਗਵਾਨ ਤੈਨੂੰ ਮਿਲਦੇ ਪਏ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹੈ, ਮਨਮੁਖ ਨਾਮ ਨਾ ਜੇਤਿਓ ਧਿਗ ਜੀਵਨ ਧਿਗ ਵਾਸ। ਕਹਿੰਦੇ ਉਹਨਾਂ ਦੇ ਜੀਵਨ ਨੂੰ ਤ੍ਰਿਕਾਰ ਹੈ ਜਿਨ੍ਹਾਂ ਮਨਮੁਖ ਜੀਵਨ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਆਸਾ ਲਗਾਈ ਆਉਣ ਵਾਲੇ ਸਮੇਂ ਵੀ ਸੁੱਖਾਂ ਦੇ ਸਹਿਤ ਜੀਵਨ ਬਤੀਤ ਕਰਨ ਦੀ, ਕਿ ਦੁਨੀਆ ਦੇ ਧਨ ਪਦਾਰਥ ਬਹੁਤ ਜ਼ਿਆਦਾ ਨੇ, ਬੜਾ ਸੁਖਾਲਾ ਸਾਡਾ ਜੀਵਨ ਨਿਰਵਾਹ ਹੋਵੇਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਾ ਕਰਨੇ ਕਰਕੇ ਹੀ ਜੀਵ ਤੇਰੇ ਜੀਵਨ ਨੂੰ ਤਿਰਕਾਰਾ ਹਨ। ਜਿਸ ਦਾ ਦਿੱਤਾ ਖਾਣਾ ਪਹਿਨਣਾ, ਜਿਸ ਅਕਾਲ ਪੁਰਖ ਪਰਮਾਤਮਾ ਦਾ ਦਿੱਤਾ ਹੋਇਆ ਤੂੰ ਖਾਵਦਾ ਹੈ ਅਤੇ ਪਹਿਨਦਾ ਹੈ। 36 ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਤਿਆਰ ਕਰ ਕਰਕੇ ਛਕਦਾ ਹੈ, ਫਿਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਆਪਣੇ ਤਨ ਦੇ ਉੱਪਰ ਧਾਰਨ ਕਰਦਾ ਹੈ। ਇਹ ਸਭ ਕੁਝ ਪਰਮੇਸ਼ਰ ਦਾ ਹੀ ਬਖਸ਼ਿਆ ਹੈ ਨਾ, ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ੀਆਂ ਦਾਤਾਂ ਹਨ। ਉਹ ਚਾਹੇ ਖਾਣ ਵਾਲੇ ਪਦਾਰਥ ਨੇ, ਵਸਤੂਆਂ ਨੇ, ਚਾਹੇ ਤਨ ਤੇ ਧਾਰਨ ਕਰਨ ਵਾਲੇ ਪਹਿਨਣ ਵਾਲੇ ਕੱਪੜੇ ਹੈ, ਸਭ ਕੁਝ ਪਰਮੇਸ਼ਰ ਦਾ ਹੀ ਬਖਸ਼ਿਸ਼ ਕੀਤਾ ਹੋਇਆ। ਜੇ ਪ੍ਰਸਾਦ ਪਾਠ ਪਟੰਬਰ ਹਟਾਵਹਿ, ਤਰ੍ਹਾਂ ਤਰ੍ਹਾਂ ਦੇ ਬੜੇ ਬੜੇ ਮਹਿੰਗੇ ਮੁੱਲ ਵਾਲੇ ਮਖਮਲੀ ਆਪਣੇ ਸਰੀਰ ਦੇ ਪੋਸ਼ਾਕਾਂ ਭਾਵੇਂ ਧਾਰਨ ਕਰਦਾ ਹੈ, ਮਹਿੰਗੇ ਮੁੱਲ ਵਾਲੇ ਕੱਪੜੇ ਆਪਣੇ ਸਰੀਰ ਤੇ ਧਾਰਨ ਕਰਦਾ ਹੈ, ਪਰ ਹੈ ਤਾਂ ਪਰਮੇਸ਼ਰ ਦੀ ਕਿਰਪਾ ਦੁਆਰਾ ਹੀ ਤੈਨੂੰ ਪ੍ਰਾਪਤ ਹੋਏ ਹੈ ਨਾ। ਜੇ ਪ੍ਰਮਾਤਮਾ ਚਾਹੁੰਦਾ ਹੈ ਤੈਨੂੰ ਧਨ ਪਦਾਰਥ ਇਸ ਸੰਸਾਰ ਦੇ ਛਕਣ ਵਾਲੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਨਾ ਦਿੰਦਾ, ਤੇਰਾ ਕੋਈ ਜ਼ੋਰ ਤਾਂ ਨਹੀਂ ਸੀ ਨਾ। ਜੇ ਪਰਮੇਸ਼ਰ ਚਾਹੁੰਦਾ ਚੰਗੇ ਚੰਗੇ ਮਹਿੰਗੇ ਮੁੱਲ ਵਾਲੇ ਕੱਪੜੇ ਤੈਨੂੰ ਨਾ ਪ੍ਰਾਪਤ ਹੁੰਦੇ, ਇਹ ਅਗਿਆਤ ਜੀਵ ਤੇਰਾ ਕੋਈ ਜ਼ੋਰ ਤਾਂ ਨਹੀਂ ਸੀ ਨਾ, ਤੇਰਾ ਕੋਈ ਚਾਰਾ ਤਾਂ ਨਹੀਂ ਸੀ ਨਾ ਰੱਬ ਦੇ ਨਾਲ। ਇਸ ਲਈ ਪਰਮੇਸ਼ਰ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਜਾਣ, ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ, ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਿਆ ਕਰ, ਕਿਉਂਕਿ ਨਾਮ ਵਿਸਾਰ ਕਰਹਿ ਰਸ ਭੋਗ, ਸੁਖ ਸੁਪਨੈ ਨਹੀਂ ਤਨ ਮਹਿ ਰੋਗ। ਪਰਮੇਸ਼ਰ ਦਾ ਸਿਮਰਨ ਵਿਸਾਰਣੀ ਕਰਕੇ ਕਦੇ ਸੁਪਨੇ ਦੇ ਵਿੱਚ ਵੀ ਪਰਮ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਨ ਮਹਿ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸੀਗਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਕਿ ਨਾਮ ਜਪੇ ਤੋਂ ਬਿਨਾ, ਜਿਹੜਾ ਪਰਮੇਸ਼ਰ ਦਾ ਸਿਮਰਨ ਕੀਤੇ ਤੋਂ ਬਿਨਾ, ਵਾਹਿਗੁਰੂ ਦਾ ਧੰਨਵਾਦ ਕੀਤੇ ਤੋਂ ਬਿਨਾ ਛਕਣਾ ਹੈ ਨਾ ਕੋਈ ਪਦਾਰਥ, ਉਹ ਜਾਣੋ ਜਿਉ ਕੂਕਰ ਜੂਠਨ ਮਹਿ ਪਾਏ। ਜਿਵੇਂ ਕਹਿੰਦੇ ਹਨ ਝੂਠ ਕੂਕਰ ਕੁੱਤੇ ਦੇ ਮੁੱਖ ਵਿੱਚ ਪਾ ਦਿੱਤੀ ਦੀ ਹੈ ਨਾ, ਬਚਿਆ ਹੋਇਆ ਪਦਾਰਥ ਭਗਵਾਨ ਕੁੱਤੇ ਨੂੰ ਪਾ ਦਿੱਤਾ ਜਾਂਦਾ ਹੈ। ਇੱਦਾਂ ਉਹ ਜੀਵ ਦੀ ਹਾਲਤ ਜਾਣੋ ਜੋ ਕਦੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ। ਇਹ ਸਾਧ ਸੰਗਤ ਜੀ, ਰਹਿਤਨਾਮਿਆਂ ਦੇ ਵਚਨ ਵੀ ਹਨ। ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਵੀ ਹੈ। ਕਹਿੰਦੇ ਹਨ, ਜਿਹੜਾ ਜਪਜੀ ਸਾਹਿਬ ਤੇ ਜਾਪ ਸਾਹਿਬ ਦੇ ਪਾਵਨ ਦੋ ਬਾਣੀਆਂ ਦੇ ਪੜ੍ਹੇ ਤੋਂ ਬਿਨਾਂ ਹੀ ਜਿਹੜਾ ਕੋਈ ਲੰਗਰ ਪ੍ਰਸ਼ਾਦ ਛਕ ਲੈਂਦਾ ਹੈ ਨਾ, ਉਹ ਜਾਣੋ ਕਿ ਗੰਦਗੀ ਦਾ ਕੀੜਾ ਬਣਦਾ ਹੈ। ਉਹ ਗੰਦਗੀ ਦੇ ਕੀੜੇ ਦੀ ਨਿਆਈ ਉਹਦਾ ਜੀਵਨ ਜਾਣੋ। ਬਿਨ ਜਪ ਜਾਪ ਜੇ ਵਕਤ ਜਾਪੇ। ਕਹਿੰਦੇ ਹਨ ਜਿਹੜਾ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ
ਘੱਟ ਤੋਂ ਘੱਟ ਜਪਜੀ ਸਾਹਿਬ ਦੇ ਜਾਪ ਸਾਹਿਬ ਪੜ੍ਹੇ ਤੋਂ ਬਿਨਾਂ ਕਦੇ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤੇ ਬਿਨਾਂ ਹੀ ਲੰਗਰ ਪ੍ਰਸ਼ਾਦ ਛਕੀ ਜਾਂਦਾ ਹੈ। ਬਸ ਉੱਠਦੇ ਸਾਰ ਸਵਾਦੇ ਹੀ ਕਹਿਣਾ ਕਿ ਤਰ੍ਹਾਂ ਤਰ੍ਹਾਂ ਦੇ ਪਕਵਾਨ ਮੈਨੂੰ ਮਿਲ ਜਾਣ, ਨਿਤਨੇਮ ਵੀ ਨਾ ਕਰਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੰਦਗੀ ਦੇ ਕੀੜੇ ਦੀ ਨਿਆਈ ਜੀਵਨ ਜਾਣ ਨਾ ਕਰ, ਕਿਉਂਕਿ ਪਰਮਾਤਮਾ ਨੇ ਸਾਧ ਸੰਗਤ ਦੀ ਸ਼ੁਭ ਅਵਸਰ ਬਖਸ਼ਿਸ਼ ਕੀਤਾ ਹੈ ਕਿ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਪਰਮੇਸ਼ਰ ਦਾ ਧੰਨਵਾਦ ਕਰੇ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜੇ। ਤੇ ਸਾਧ ਸੰਗਤ ਜੀ ਐਸੇ ਵੀ ਗੁਰਮੁਖ ਪਿਆਰੇ ਜੀਵਨ ਵਾਲੇ ਹਨ ਜੋ ਜਿੰਨੀ ਦੇਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਨਾ ਕਰ ਲੈਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਉਨੀ ਦੇਰ ਤੱਕ ਕੋਈ ਛਕਣ ਵਾਸਤੇ ਮੁੱਖ ਦੇ ਵਿੱਚ ਗਰਾਹੀ ਤੱਕ ਵੀ ਨਹੀਂ ਪਾਉਂਦੇ। ਜਿੰਨੀ ਦੇਰ ਤੱਕ ਨਿਯਮ ਬਣਾਏ ਹੋਏ ਹਨ ਗੁਰਮੁਖ ਪਿਆਰਿਆਂ ਨੇ ਕਿ 5 ਬਾਣੀਆਂ ਦਾ ਨਿਤਨੇਮ ਦਾ ਜਾਪ ਨਾ ਕਰ ਲੈਣ, ਉਨੀ ਦੇਰ ਤੱਕ ਕੁਝ ਮੁੱਖ ਵੀ ਛਕਣ ਵਾਸਤੇ ਪਾਉਂਦੇ ਨਹੀਂ ਹੈ। ਕਈ ਐਸੇ ਵੀ ਗੁਰਮੁਖ ਪਿਆਰੇ ਧਨ ਹਨ ਜਿਨ੍ਹਾਂ ਨੇ ਸਾਧ ਸੰਗਤ ਕਿੰਨਾ ਅਭਿਆਸ ਰੱਖਿਆ ਹੋਇਆ ਕਿ ਇੰਨਾ ਸਮਾਂ ਸਿਮਰਨ ਕਰਕੇ ਫਿਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਧੰਨਵਾਦ ਕਰਕੇ ਫਿਰ ਕੋਈ ਛਕਣ ਵਾਸਤੇ ਮੁੱਖ ਦੇ ਵਿੱਚ ਗਰਾਹੀ ਪਾਵਣੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਜਿਹੜੇ ਮਨਮੁਖ ਜੀਵ ਹੈ ਨਾ ਸਾਗਤ ਪੁਰਸ਼ ਹਨ, ਜਿਨ੍ਹਾਂ ਨੇ ਕਦੇ ਪਰਮੇਸ਼ਰ ਦਾ ਧੰਨਵਾਦ ਨਹੀਂ ਕੀਤਾ, ਐਸੇ ਪਰਮਾਤਮਾ ਦੇ ਦਿੱਤੇ ਹੋਏ ਧਨ ਪਦਾਰਥਾਂ ਦਾ ਵੀ ਕਦੇ ਸ਼ੁਕਰਾਨਾ ਨਹੀਂ ਕਰਦੇ, ਜਿਸ ਦਾ ਦਿੱਤਾ ਖਾਣਾ ਪਹਿਨਣਾ, ਪਰਮੇਸ਼ਰ ਦੇ ਦਿੱਤੇ ਹੋਏ ਧਨ ਪਦਾਰਥਾਂ ਦਾ ਖਾਣਾ ਪਹਿਨਣਾ ਇਹ ਜੀਵ ਆਪਣੇ ਜੀਵਨ ਦੇ ਵਿੱਚ ਹੰਢਾਉਂਦਾ ਪਿਆ ਹੈ। ਮਨ ਨਾ ਵਸਿਓ ਗੁਣਤਾਸ, ਉਹ ਗੁਣਾਂ ਦਾ ਖਜ਼ਾਨਾ ਤੇਰੇ ਮਨ ਵਿੱਚ ਵਸਿਆ ਨਹੀਂ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਨਹੀਂ, ਕੇਵਲ ਦੁਨੀਆ ਦੇ ਸਵਾਦਲੇ ਪਦਾਰਥਾਂ ਦੇ ਚਸਕੇ ਹੀ ਆਪਣੇ ਮਨ ਵਿੱਚ ਵਸਾ ਕੇ ਰੱਖੇ ਹੈ ਕਿ ਆਹ ਪਦਾਰਥ ਬੜਾ ਸਵਾਦਿਸ਼ਟ ਸੀ, ਹੋਰ ਮੈਂ ਬਣਾ ਕਰਕੇ ਛਕਾਂ, ਫਿਰ ਹੋਰ ਵੀ ਲਾਲਸਾ ਵੱਧਦੀ ਗਈ। ਕੇਵਲ ਜ਼ੁਬਾਨ ਦੇ ਚਸਕੇ ਹੀ ਆਪਣੇ ਅੰਦਰ ਵਸਾ ਕੇ ਰੱਖੇ, ਦੁਨੀਆ ਦੇ ਪਦਾਰਥ ਕਦੇ ਵਿਸ਼ਿਆਂ ਦੇ ਰਸ ਕਦੇ ਜ਼ਬਾਨ ਦੇ ਰਸ, ਕੇਵਲ ਇਹ ਪਦਾਰਥਾਂ ਦੇ ਛਕਣ ਦੇ ਰਸਾਂ ਕਸਾਂ ਵਿੱਚ ਹੀ ਲੱਗਾ ਰਿਹਾ। ਸੋ ਮਨ ਨਾ ਵਸਿਓ ਗੁਣਤਾਸ, ਪਰ ਜਿਹੜਾ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਸੀ ਨਾ, ਜਿਸ ਪਰਮਾਤਮਾ ਨੇ ਖਾਣ ਪਹਿਨਣ ਦੀ ਸਾਰੀਆਂ ਦਾਤਾਂ ਦਿੱਤੀਆਂ ਸਨ, ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਨਾਮ ਸਾਇਆ। ਮਨ ਸ਼ਬਦ ਨਾ ਭੇਦਿਓ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਜੀਵਾਂ ਨੇ ਸ਼ਬਦ ਦੁਆਰਾ ਇਹ ਮਨ ਨੂੰ ਵਿੰਨਣਾ ਨਹੀਂ ਕੀਤਾ। ਜਿਵੇਂ ਸਾਧ ਸੰਗਤ ਜੀ ਹੀਰੇ ਦੇ ਨਾਲ ਹੀ ਹੀਰੇ ਨੂੰ ਵਿੰਨਿਆ ਜਾ ਸਕਦਾ ਹੈ, ਇਵੇਂ ਮਨ ਇੰਨਾ ਜ਼ਿਆਦਾ ਸੂਖਮ ਹੈ ਕਿ ਸ਼ਬਦ ਤੋਂ ਬਿਨਾਂ ਕਦੇ ਇਹ ਮਨ ਨੂੰ ਵਿੰਨਿਆ ਨਹੀਂ ਜਾ ਸਕਦਾ। ਹੀਰਾ ਹੀਰਾ ਵੇਦ ਪਾਵਨ ਮਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਮਨਮੁਖ ਜੀਵ ਨੇ ਆਪਣੇ ਮਨ ਨੂੰ ਕਹਿੰਦੇ ਹਨ ਸਤਿਗੁਰਾਂ ਦੇ ਸ਼ਬਦ ਦੁਆਰਾ ਵਿੰਨਣਾ ਨਹੀਂ ਕੀਤਾ, ਭਾਵ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜਿਆ ਨਹੀਂ ਹੈ। ਜੋ ਹੋਵੇ ਘਰ ਵਾਸ, ਤੇ ਫਿਰ ਕਿਉਂ ਪਰਮੇਸ਼ਰ ਦੇ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਹੋਵੇ ਸਾਂ, ਜੇ ਸ਼ਬਦ ਦੁਆਰਾ ਆਪਣੇ ਮਨ ਨੂੰ ਵਿੰਨਿਆ ਨਹੀਂ, ਪ੍ਰੇਮ ਰੂਪੀ ਸੁਰਾਖ ਨਹੀਂ ਆਪਣੇ ਮਨ ਦੇ ਵਿੱਚ ਪਾਇਆ। ਤੇ ਸਾਧ ਸੰਗਤ ਜੀ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਫਿਰ ਭਲਾ ਕਿਵੇਂ ਇਹਦਾ ਨਿਵਾਸ ਹੋ ਸਕਦਾ ਵਾਹਿਗੁਰੂ ਦੇ ਸਰੂਪ ਘਰ ਦੇ ਵਿੱਚ, ਕਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਭੇਟਤਾ ਪਾ ਸਕਦਾ, ਨਾਮੁਮਕਿਨ ਹੈ। ਮਨਮੁਖੀਆ ਦੁਹਾਗਣੀ, ਜਿਹੜੇ ਮਨਮੁਖ ਜੀਵ ਹੈ ਨਾ ਉਹ ਦੁਹਾਗੜ ਛੁੱਟੜ ਜੀਵ ਰੂਪ ਸਖੀ ਦੀ ਤਰ੍ਹਾਂ ਹਨ, ਛੁੱਟੜ ਇਸਤਰੀ ਦੀ ਤਰ੍ਹਾਂ ਮਨਮੁਖ ਜੀਵਾਂ ਦਾ ਜੀਵਨ ਜਾਣੋ। ਹਜੂਰ ਇੱਥੇ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹੈ। ਮਨਮੁਖੀਆ ਦੁਹਾਗਣੀ, ਸਾਧ ਸੰਗਤ ਜੀ ਇੱਕ ਸੁਹਾਗਣ ਇਸਤਰੀ ਹੈ ਜਿਹਨੂੰ ਆਪਣੇ ਸੁਹਾਗ ਦੀ ਪਤੀ ਦੀ ਪ੍ਰਾਪਤੀ ਹੋਈ ਹੈ, ਔਰ ਇੱਕ ਦੁਹਾਗਣ ਉਹ ਹੈ ਛੁੱਟੜ ਇਸਤਰੀ ਜਿਸ ਦੇ ਪਤੀ ਨੇ ਔਗਣ ਜਾਣ ਕਰਕੇ ਕਿ ਇਹਦੇ ਵਿੱਚ ਔਗਣ ਹੀ ਹਨ, ਸ਼ੁਭ ਗੁਣ ਇੱਕ ਵੀ ਨਹੀਂ ਹੈ, ਤੇ ਆਪਣੀ ਪਤਨੀ ਨੂੰ ਤਿਆਗ ਦਿੱਤਾ ਹੋਵੇ ਉਹਨੂੰ ਦੁਹਾਗਣ ਆਖਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਗੁਰਬਾਣੀ ਵਿੱਚ ਬਚਨ ਕੀਤੇ ਹਨ, ਕਹਿੰਦੇ ਐਸੀ ਦੁਹਾਗਣ ਜਿਹੜੀ ਛੁੱਟੜ ਇਸਤਰੀ ਹੁੰਦੀ ਹੈ, ਨਾ ਉਹਨੂੰ ਪੇਕੇ ਘਰ ਦੇ ਵਿੱਚ ਢੋਈ ਮਿਲਦੀ ਹੈ ਤੇ ਨਾ ਸਹੁਰੇ ਪਰਿਵਾਰ ਦੇ ਵਿੱਚ ਢੋਈ ਮਿਲਦੀ ਹੈ। ਇਸੇ ਤਰ੍ਹਾਂ ਜਿਹੜੇ ਮਨਮੁਖ ਜੀਵ ਹੈ ਨਾ
ਸਾਧ ਸੰਗਤ ਜੀ, ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਉਹਨਾਂ ਨੂੰ ਢੋਈ ਪ੍ਰਾਪਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹਨ, ਮਨਮੁਖੀਆ ਦੁਹਾਗਣੀ, ਮਨਮੁਖਾਂ ਦਾ ਐਸਾ ਜੀਵਨ ਜਾਣੋ ਜੋ ਕਦੇ ਵੀ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ। ਕਹਿੰਦੇ ਹਨ, ਉਹ ਛੁੱਟੜ ਇਸਤਰੀ ਦੀ ਤਰ੍ਹਾਂ ਉਹਨਾਂ ਮਨਮੁਖ ਜੀਵ ਰੂਪ ਸਖੀਆਂ ਨੂੰ ਜਾਣਨਾ ਕਰੋ। ਆਵਣ ਜਾਣ ਕੋਈ ਆਸ, ਬਾਰ-ਬਾਰ ਵਾਸ਼ਨਾ ਦੇ ਬੱਝੇ ਹੋਏ ਸੰਸਾਰ ਵਿੱਚ ਆਵਣਾ ਤੇ ਜਾਵਣਾ, ਜੰਮਣਾ ਤੇ ਮਰਨਾ, ਵਾਸ਼ਨਾ ਦੇ ਬੱਝੇ ਹੋਏ ਜਨਮ ਧਾਰਨ ਕਰਨਾ ਤੇ ਮੌਰ ਦੇ ਮਾਰੇ ਹੋ ਮਰ ਜਾਣਾ। ਆਵਣ ਜਾਣ ਕੋਈ ਆਸ, ਕਦੇ ਮਾਤਾ ਦੇ ਗਰਭ ਦੇ ਵਿੱਚ ਆ ਗਏ, ਜਗਤ ਅੰਦਰ ਜਨਮ ਹੋ ਗਿਆ, ਮੋਈ ਆਸ ਮਰ ਗਏ ਤੇ ਫਿਰ ਸੰਸਾਰ ਤੋਂ ਚਲੇ ਗਏ। ਬਸ ਇਸੇ ਤਰ੍ਹਾਂ ਹੀ ਹਜ਼ੂਰ ਕਹਿੰਦੇ ਆ ਨਾ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ। ਮਨਮੁਖ ਜੀਵ ਬਾਰ-ਬਾਰ ਜਮਾਂ ਦੀਆਂ ਚੋਟਾਂ ਖਾਂਦਾ, ਕਦੇ ਆ ਜਾਂਦਾ ਹੈ ਜਗਤ ਅੰਦਰ ਤੇ ਫਿਰ ਸੰਸਾਰ ਤੋਂ ਮਰ ਕੇ ਚਲਿਆ ਜਾਂਦਾ ਹੈ। ਗੁਰਮੁਖ ਨਾਮ ਸੁਹਾਗ ਹੈ, ਪਰ ਗੁਰਮੁਖ ਪਿਆਰਿਆਂ ਨੂੰ ਕਹਿੰਦੇ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਸੁਹਾਗ ਕਹਿੰਦੇ ਨੇ, ਆਨੰਦ ਨੂੰ, ਆਨੰਦ ਹੈ। ਗੁਰਮੁਖ ਪਿਆਰੇ ਜਿਹੜੇ ਗੁਰਮੁਖ ਜੀਵ ਰੂਪ ਸਖੀਆਂ ਹੈ ਨਾ, ਜਿਨ੍ਹਾਂ ਨਾਲ ਮਨ ਸਤਿਗੁਰੂ ਜੀ ਦੇ ਵੱਲ ਹੈ, ਸਨਮੁਖ ਹੋ ਕਰਕੇ ਰਹਿੰਦਾ। ਗੁਰਮੁਖ ਨਾਮ ਸੁਹਾਗ ਹੈ। ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਨਾਮ ਦੀ ਪ੍ਰਾਪਤੀ ਕੀਤੀ, ਉਹਨਾਂ ਦੇ ਹਿਰਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਸੁਹਾਗ ਹੈ। ਅਥਵਾ ਉਹ ਸੁਹਾਗਵਤੀਆਂ ਜੀਵ ਰੂਪ ਸਖੀਆਂ ਜਾਣੋ, ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਭਾਵਨਾ ਦੇ ਨਾਲ ਜਪਿਆ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਪੈਰ ਅੰਦਰ ਰਹਿ ਕੇ ਪ੍ਰੇਮ ਦੇ ਸਹਿਤ ਪ੍ਰਮਾਤਮਾ ਦਾ ਨਾਮ ਜਪਿਆ। ਹਜ਼ੂਰ ਕਹਿੰਦੇ ਹਨ, ਗੁਰਮੁਖ ਨਾਮ ਸੁਹਾਗ ਹੈ। ਸੁਹਾਗਵਤੀਆਂ ਉਹ ਗੁਰਮੁਖ ਪਿਆਰੇ ਜੀਵ ਰੂਪ ਸਖੀਆਂ ਹਨ ਜਿਨ੍ਹਾਂ ਨੇ ਸ਼ੁਭ ਗੁਣਾ ਰੂਪੀ ਸ਼ਿੰਗਾਰਾਂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ। ਅੰਤਸ਼ਕਰਨ ਨੂੰ ਜਿਨ੍ਹਾਂ ਨੇ ਸ਼ੁਭ ਗੁਣਾ ਦੇ ਨਾਲ ਸ਼ਿੰਗਾਰਿਆ ਤੇ ਪਰਮੇਸ਼ਰ ਦੇ ਭੈ ਵਿੱਚ ਰਹਿ ਕੇ, ਵਾਹਿਗੁਰੂ ਦੀ ਆਗਿਆ ਵਿੱਚ ਰਹਿ ਕੇ ਜਿਨ੍ਹਾਂ ਨੇ ਜੀਵਨ ਨਿਰਵਾਹ ਕੀਤਾ। ਹਜ਼ੂਰ ਕਹਿੰਦੇ ਐਸੇ ਗੁਰਮੁਖਾਂ ਦੇ ਹਿਰਦੇ ਅੰਦਰ ਸਦਾ ਹੀ ਨਾਮ ਜਪਣੇ ਕਰਕੇ ਆਨੰਦ ਬਣਿਆ ਰਹਿੰਦਾ ਹੈ। ਮਸਤਕ ਮਣੀ ਲਿਖਿਆਸ, ਉਹਨਾਂ ਦੇ ਮਸਤਕ ਦੇ ਧੁਰੋਂ ਹੀ ਪਰਮਾਤਮਾ ਨੇ ਕਹਿੰਦੇ ਹਨ ਮਾਣਕ ਮਣੀਆਂ ਦੀ ਤਰ੍ਹਾਂ ਅਮੋਲਕ ਪਰਮੇਸ਼ਰ ਨੇ ਲੇਖ ਕਰਕੇ ਪਾਏ ਸਨ। ਮਸਤਕ ਮਣੀ ਲਿਖਿਆਸ, ਲਿਖਣ ਵਾਲੇ ਕਰਤੇ ਪਰਮਾਤਮਾ ਨੇ ਧੁਰੋਂ ਹੀ ਉਹਨਾਂ ਦੇ ਸਾਧ ਸੰਗਤ ਜੀ ਮਣੀ ਰੱਤੇ ਦੀ ਤਰ੍ਹਾਂ, ਮਣੀ ਦਾ ਅਰਥ ਰੱਤੀ ਵੀ ਹੁੰਦਾ ਹੈ ਤੇ ਰੱਤੀ ਦਾ ਆਖਰੀ ਅਰਥ ਪ੍ਰੇਮ ਪ੍ਰੀਤ ਵੀ ਹੁੰਦਾ ਹੈ। ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਪ੍ਰਾਪਤ ਹੋਣੀ ਧੁਰੋਂ ਹੀ ਪਰਮਾਤਮਾ ਨੇ ਉਹਨਾਂ ਦੇ ਮਸਤਕ ਦੇ ਲੇਖ ਕਰਕੇ ਪਾਏ ਸਨ। ਮਸਤਕ ਮਣੀ ਲਿਖਿਆਸ ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਮਸਤਕ ਦੇ ਲਿਲਾਟ ਪਰਮੇਸ਼ਰ ਦੇ ਪਾਵਨੇ ਕਰਕੇ ਫਿਰ ਉਹਨਾਂ ਨੇ ਮਣੀਆਂ ਦੀ ਨਿਆਈ ਅਮੋਲਕ ਜੋ ਪਰਮੇਸ਼ਰ ਦਾ ਨਾਮ ਹੈ, ਉਸ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਵਨਾ ਕੀਤੀ ਹੈ। ਹਰ ਹਰ ਨਾਮ ਮੁਰ ਧਾਰਿਆ, ਗੁਰਮੁਖ ਪਿਆਰਿਆਂ ਨੇ ਹਰੀ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ ਹੈ। ਦੁਨੀਆ ਦੇ ਰਸਾਂ ਕਸਾਂ ਨੂੰ ਤਿਆਗ ਦਿੱਤਾ, ਸੰਸਾਰ ਦੇ ਸਵਾਦਾਂ ਨੂੰ ਫਿੱਕੇ ਜਾਣ ਕੇ ਪਰਮੇਸ਼ਰ ਦਾ ਨਾਮ ਸਵਾਦਿਸ਼ਟ ਜਾਣ ਕੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ। ਸਾਧ ਸੰਗਤ ਜੀ, ਦੁਨੀਆ ਦੇ ਪਦਾਰਥ ਉਹ ਸਮੇਂ ਹੀ ਫਿੱਕੇ ਲੱਗਦੇ ਨੇ, ਮਾਇਕੀ ਪਦਾਰਥ, ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਸ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਜਾਂਦਾ। ਗਰੀਬ ਨਵਾਜ਼ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਜਿਹੜੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਦੁਨੀਆ ਦੇ ਰਸ ਕਸ ਪਦਾਰਥਾਂ ਤੋਂ ਉਪਰਾਮ ਹੋ ਜਾਣਾ ਕੀਤਾ। ਜਿਵੇਂ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਨਾ, ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਜਰ ਹਰ ਰਸ ਪੱਲੇ ਨਾ ਪਾਏ। ਜਿੰਨੀ ਦੇਰ ਤੱਕ ਪਰਮੇਸ਼ਰ ਦੇ ਪਰਮ ਰਸ ਦੀ ਪ੍ਰਾਪਤੀ ਨਹੀਂ ਕਰਦੀ ਇਹ ਰਸਨਾ, ਤੇਰੀ ਤ੍ਰਿਪਤੀ ਨਹੀਂ ਕਦੇ ਵੀ ਹੋਣ ਵਾਲੀ। ਇਸ ਲਈ ਪਰਮਾਤਮਾ ਦਾ ਸਿਮਰਨ ਕਰਿਆ ਕਰ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਕਰ, ਤੇਰੇ ਅੰਦਰ ਦੀ ਤ੍ਰਿਪਤੀ ਹੋ ਜਾਵੇਗੀ। ਦੁਨੀਆ ਦੇ ਪਦਾਰਥ ਫਿਰ ਫਿੱਕੇ ਲੱਗਣ ਲੱਗ ਪੈਣਗੇ। ਜਿਵੇਂ ਭਗਤ ਫਰੀਦ ਸਾਹਿਬ ਜੀ ਨੇ ਸਾਧ ਸੰਗਤ ਜੀ ਇਹ ਸ਼ਲੋਕ ਉਚਾਰਨ ਕੀਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਨ ਦੁੱਧ। ਇਹਨਾਂ ਦੇ ਮਾਤਾ ਜੀ ਦੇ ਬਚਨ ਕਰਨ ਤੇ ਇਹ ਪੁੱਤਰ ਫਰੀਦ ਕਿੰਨਾ ਕੋ ਪਰਮੇਸ਼ਰ ਦਾ ਨਾਮ ਮਿੱਠਾ ਹੈ।
ਇਹ ਜਿਹੜੇ ਪਦਾਰਥ ਮਿੱਠੇ ਮਿੱਠੇ ਤਿਆਰ ਕਰਕੇ ਭਗਵਾਨ ਛਕਾਏ ਹੈ ਕਿ ਇਹਨਾਂ ਵਰਗਾ ਕੋਈ ਪਦਾਰਥ ਪਰਮੇਸ਼ਰ ਦੇ ਨਾਮ ਦੀ ਮਿਠਾਸ ਹੈ। ਤੇ ਕਹਿਣ ਲੱਗੇ ਨਹੀਂ ਮਾਤਾ, ਇਹਨਾਂ ਦੇ ਸੰਸਾਰ ਦੇ ਜਿਤਨੇ ਵੀ ਪਦਾਰਥ ਵਸਤੂਆਂ ਆਪੋ ਆਪਣੀ ਜਗ੍ਹਾ ਮਿੱਠੀਆਂ ਨੇ, ਪਰ ਪਰਮੇਸ਼ਰ ਦੇ ਨਾਮ ਦੀ ਬਰਾਬਰਤਾ ਕਿਸੇ ਵੀ ਨਾਮ ਰੂਪੀ ਪਦਾਰਥ ਦੇ ਵਿੱਚ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ, ਕਹਿੰਦੇ ਉਹਨਾਂ ਦੇ ਦੁਨੀਆ ਦੇ ਪਦਾਰਥਾਂ ਦੀ, ਸੰਸਾਰ ਦੇ ਰਸਾਂ ਕਸਾਂ ਦੀ ਸਭ ਭੁੱਖ ਮਿਟ ਗਈ ਹੈ। ਹਰ ਹਿਰਦੈ ਕਮਲ ਪ੍ਰਕਾਸ਼, ਅਤੇ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਧਾਰਨ ਕਰਨੇ ਕਰਕੇ ਹਿਰਦਾ ਜਿਹੜਾ ਹੈ ਕਮਲ ਦੀ ਤਰ੍ਹਾਂ ਸਾਧ ਸੰਗਤ ਜੀ ਖਿੜ ਜਾਣਾ ਕੀਤਾ ਹੈ। ਹਰ ਹਿਰਦਾ ਕਮਲ ਪ੍ਰਗਾਸ ਖਿੜ ਗਿਆ ਹੈ। ਕਮਲ ਦੀ ਨਿਆਈ ਸਾਧ ਸੰਗਤ ਹਿਰਦਾ ਖਿੜ ਜਾਂਦਾ ਹੈ। ਜਿਵੇਂ ਸੂਰਜ ਚੜ੍ਹਨੇ ਤੇ ਕਮਲ ਖਿੜ ਜਾਂਦਾ ਹੈ। ਜਦ ਸੂਰਜ ਸ਼ਿਵਦਾ ਦੀਆਂ ਪੰਖੜੀਆਂ ਸਾਧ ਸੰਗਤ ਜੀ ਜਿਹੜਾ ਉਸ ਸਮੇਂ ਸਾਰੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਪਰ ਸਤਿਗੁਰੂ ਜੀ ਦਾ ਐਸਾ ਗਿਆਨ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸੂਰਜਵਤ ਹਨ, ਸਤਿਗੁਰਾਂ ਦੀਆਂ ਐਸੀ ਉਪਦੇਸ਼ ਰੂਪੀ ਕਰਨਾ ਹਨ। ਜਦੋਂ ਜੀਵ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਨਿਵਾਸ ਕਰ ਜਾਂਦਾ ਹੈ, ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਰ ਹਿਰਦੈ ਕਮਲ ਪ੍ਰਗਾਸ, ਕਹਿੰਦੇ ਹਨ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਕਮਲ ਦੇ ਵਾਂਗ ਹਿਰਦਾ ਜਿਹੜਾ ਆਨੰਦ ਦੇ ਸਹਿਤ ਖਿੜ ਜਾਂਦਾ ਹੈ। ਸਤਿਗੁਰ ਸੇਵਨ ਆਪਣਾ, ਜੋ ਗੁਰਮੁਖ ਪਿਆਰੇ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਸੇਵਦੇ ਹਨ, ਉਹ ਸਤ ਬਲਿਹਾਰੀ ਦਾਸ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਸਦਾ ਅਸੀਂ ਬਲਿਹਾਰ ਜਾਂਦੇ ਹਾਂ। ਹਉ ਸਤ ਬਲਿਹਾਰੀ ਦਾਸ, ਸਦਾ ਲਈ ਬਲਿਹਾਰ ਉਹਨਾਂ ਤੋਂ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣਾ ਆਪ ਹੀ ਸਾਰਾ ਜੀਵਨ ਹੀ ਗੁਰੂ ਕੇ ਲੇਖੇ ਵਿੱਚ ਲਾ ਦਿੱਤਾ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ, ਜੀਵਨ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਤੇ ਸਿਮਰਨ ਦੇ ਵਿੱਚ ਲਾ ਦਿੱਤਾ ਹੈ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਹਉ ਸਤ ਬਲਿਹਾਰੀ ਦਾਸ, ਉਹਨਾਂ ਤੋਂ ਸਦਾ ਲਈ ਅਸੀਂ ਬਲਿਹਾਰ ਜਾਂਦੇ ਹਾਂ। ਨਾਨਕ ਤਿਨ ਮੁਖ ਉਜਲੇ, ਸਤਿਗੁਰੂ ਜੀ ਫਰਮਾਉਂਦੇ, ਉਹਨਾਂ ਗੁਰਮੁਖ ਪਿਆਰੇ ਵਡਭਾਗੇ ਪੁਰਖਾਂ ਦੇ ਮੁਖ ਉਜਲੇ ਹੋ ਗਏ ਹਨ, ਪਰ ਲੋਕ ਦੇ ਵਿੱਚ ਉਹਨਾਂ ਦੇ ਮੁਖ ਉਜਲੇ ਹਨ। ਇਸ ਲੋਕ ਵਿੱਚ ਵੀ ਉਹਨਾਂ ਦੀ ਸ਼ੋਭਾ ਹੋ ਰਹੀ ਹੈ। ਜਿਨ ਅੰਤਰ ਨਾਮ ਪ੍ਰਗਾਸ, ਜਿਨ੍ਹਾਂ ਦੇ ਅੰਤਰ ਅੰਤਸ਼ਕਰਨ ਹਿਰਦੇ ਵਿੱਚ ਨਾਮ ਦੁਆਰਾ ਗਿਆਨ ਦਾ ਪ੍ਰਕਾਸ਼ ਹੋ ਆਇਆ ਹੈ। ਨਾਮ ਜਪ ਕੇ ਪ੍ਰਕਾਸ਼ ਸਰੂਪ ਪਰਮੇਸ਼ਰ ਨੂੰ ਹਰ ਇੱਕ ਘਰ ਦੇ ਅੰਦਰ ਜਿਨ੍ਹਾਂ ਨੇ ਪਹਿਚਾਣ ਲਿਆ, ਹਰ ਇੱਕ ਜੀਵ ਅੰਦਰ ਪਰਮਾਤਮਾ ਦਾ ਪ੍ਰਕਾਸ਼ ਦੇਖ ਲਿਆ, ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਹਨ ਉਹਨਾਂ ਗੁਰਮੁਖਾਂ ਦੇ ਭਾਗ ਜਿਹੜੇ ਬਹੁਤ ਧੰਨਤਾ ਦੇ ਯੋਗ ਹਨ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਲੋਕ ਪਰਲੋਕ ਵਿੱਚ ਉਹਨਾਂ ਦੇ ਮੁਖ ਉਜਲੇ ਜਾਣਨਾ ਕਰੋ। ਸ਼ਬਦ ਮਰੈ ਸੋਈ ਜਨ ਸਿੱਜੈ, ਸਾਧ ਸੰਗਤ ਜੀ ਇੱਕ ਹੁੰਦਾ ਪ੍ਰਤੱਖ ਮੌਤ ਹੋ ਜਾਣੀ। ਜਿੰਨਾ ਸਮਾਂ ਪਰਮੇਸ਼ਰ ਨੇ ਆਰਜੂ ਬਖਸ਼ੀ ਹੈ, ਜਿੰਨਾ ਸਮਾਂ ਇਹ ਉਮਰ ਸਾਨੂੰ ਪ੍ਰਾਪਤ ਹੋਈ, ਜਿੰਨੇ ਸਵਾਸ ਪਰਮਾਤਮਾ ਦੇ ਮਨ ਨੂੰ ਮਿਲੇ ਆ, ਪੂਰੇ ਹੋ ਜਾਣ ਤਾਂ ਜੀਵ ਦੀ ਮੌਤ ਹੋ ਜਾਂਦੀ ਹੈ। ਇੱਕ ਮੌਤ ਹੈ ਸ਼ਬਦ ਦੇ ਦੁਆਰਾ ਜੋ ਆਪਾ ਭਾਵ ਮਾਰਨਾ ਹੈ, ਆਪਾ ਭਾਵ ਅਪਾਪ ਕਰਨਾ ਹੈ। ਹਜ਼ੂਰ ਨੇ ਫਰਮਾਨ ਕੀਤਾ, ਸ਼ਬਦ ਮਰੈ। ਉਹ ਮੌਤ ਕਿੱਦਾਂ ਹੁੰਦੀ? ਸ਼ਬਦ ਦੇ ਦੁਆਰਾ। ਸ਼ਬਦ ਮਰੈ ਸੋਈ ਜਨ ਸਿੱਝੈ। ਤੇ ਜਦੋਂ ਆਪਾ ਭਾਵ ਅਭਾਵ ਹੋ ਜਾਂਦਾ ਹੈ ਨਾ, ਸ਼ਬਦ ਦੁਆਰਾ ਜਦੋਂ ਜੀਵ ਆਪਣੇ ਆਪ ਨੂੰ ਕੋਈ ਮਾਰ ਲੈਂਦਾ, ਸ਼ਬਦ ਮਰੈ ਫਿਰ ਨਾ ਮਰੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਮੌਤ ਦੇ ਦੁਆਰਾ ਨਹੀਂ ਫਿਰ ਮਰਨਾ ਪੈਂਦਾ, ਕਾਲ ਦੀ ਫਾਹੀ ਦੇ ਵਿੱਚ ਨਹੀਂ ਫਿਰ ਪੈਣਾ ਪੈਂਦਾ। ਕਾਲ ਦੀ ਲਪੇਟ ਤੋਂ ਵੱਧ ਜਾਂਦਾ ਜਿਹੜਾ ਮੌਤ ਆਉਣੇ ਤੋਂ ਪਹਿਲਾਂ ਹੀ ਮਰ ਜਾਂਦਾ ਹੈ। ਸ਼ਬਦ ਦੁਆਰਾ ਆਪਾ ਭਾਵ ਅਭਾਵ ਕਰ ਲੈਂਦਾ, ਜਿਉਂਦੇ ਜੀਵ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਪਾ ਲੈਂਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸ਼ਬਦ ਮਰੈ ਸੋਈ ਜਨ ਸਿੱਝੈ। ਉਹਨਾਂ ਨੂੰ ਸਿੱਝੈ ਗਿਆਤ ਆਉਂਦੀ ਹੈ, ਉਹਨਾਂ ਨੂੰ ਬ੍ਰਹਮ ਸਰੂਪ ਦੀ ਸੋਝੀ ਆ ਜਾਂਦੀ ਹੈ, ਸਵੈ ਸਰੂਪ ਦੀ ਪਹਿਚਾਣ ਉਹਨਾਂ ਦੇ ਹਿਰਦੇ ਅੰਦਰ ਆ ਜਾਂਦੀ ਹੈ, ਜੋ ਸ਼ਬਦ ਦੁਆਰਾ ਆਪਣੇ ਆਪ ਨੂੰ ਮਾਰ ਲੈਂਦੇ ਹਨ। ਬਿਨ ਸ਼ਬਦੈ ਮੁਕਤ ਨਾ ਹੋਈ, ਕਿਉਂਕਿ
ਬਿਨਾਂ ਗੁਰੂ ਕੇ ਸ਼ਬਦ ਤੋਂ ਕਦੇ ਜੀਵ ਕੋਈ ਮੁਕਤ ਨਹੀਂ ਹੋਇਆ, ਨਾ ਹੀ ਹੋ ਸਕੇਗਾ। ਬਿਨ ਸ਼ਬਦ ਹੈ ਮੁਕਤ ਨਾ ਹੋਈ। ਬਿਨਾਂ ਸ਼ਬਦ ਤੋਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਧਾਰਨ ਕੀਤੇ ਤੋਂ ਬਿਨਾਂ ਜੀਵ ਦੀ ਮੁਕਤੀ ਨਹੀਂ ਕਦੇ ਹੋ ਸਕਦੀ। ਭੇਖ ਕਰਹਿ ਬਹੁ ਕਰਮ ਵਿਗੁੱਤੇ। ਹਜੂਰ ਕਹਿੰਦੇ ਭਾਵੇਂ ਅਨੇਕਾਂ ਹੀ ਭੇਖ ਆਪਣੇ ਤਨ ਤੇ ਧਾਰਨ ਕਰ ਲਵੇ, ਪਰ ਕਹਿੰਦੇ ਜਿੰਨੇ ਵੀ ਕੀਤੇ ਹੋਏ ਕਰਮ ਹੈ ਨਾ ਵਿਗੁੱਤੇ ਸਾਰੇ ਖਰਾਬ ਹੀ ਜਾਣਨਾ ਕਰੋ, ਅਜਾਈ ਹੀ ਜਾਣਨਾ ਕਰੋ। ਚਾਹੇ ਜਿਤਨੇ ਮਰਜੀ ਭੇਖ ਧਾਰਨ ਕਰਕੇ ਕਰਮ ਕਾਂਡ ਕਰਦਾ ਹੈ। ਇਹ ਜੀਵ ਭਾਵੇਂ ਲੱਖਾਂ ਹੀ ਕਰਮ ਕਾਂਡ ਕਰ ਕਰਕੇ ਦੇਖ ਲੈ, ਤਰ੍ਹਾਂ ਤਰ੍ਹਾਂ ਦੇ ਭੇਖ ਆਪਣੇ ਤਨ ਤੇ ਧਾਰਨ ਕਰਕੇ ਦੇਖ ਲੈ, ਪਰ ਵਿਗੁੱਤੇ ਸਾਰੇ ਖਰਾਬ ਹੀ ਜਾਣਨਾ ਕਰ, ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ। ਭਾਏ ਦੂਜੈ ਪਰਜ ਵਿਗੋਈ। ਹਜੂਰ ਕਹਿੰਦੇ ਹਨ ਦਵੈਸ਼ ਵਿੱਚ ਪਾਏ ਪ੍ਰੇਮ ਕਰਨੇ ਕਰਕੇ ਪਰਜ ਵਿਗੋਈ। ਇਹ ਸੰਸਾਰ ਦੇ ਐਸੇ ਜੀਵਾਂ ਨੇ ਵਿਗੋਈ ਵਿਗੁੱਤ ਜਾਣਾ ਕੀਤਾ, ਖਰਾਬ ਹੋ ਜਾਣਾ ਕੀਤਾ। ਵਿਗੋਈ ਉਹਨਾਂ ਨੇ ਵਿਛੜ ਜਾਣਾ ਕੀਤਾ ਪਰਮਾਤਮਾ ਤੋਂ। ਭਾਈ ਦੂਜਾ ਜਿਨ੍ਹਾਂ ਨੇ ਦਵੈਸ਼ ਵਿੱਚ ਪ੍ਰੇਮ ਕੀਤਾ ਹੈ। ਦਵੈਤ ਕੀ ਹੈ? ਸੰਸਾਰ। ਜਿਨ੍ਹਾਂ ਨੇ ਸੰਸਾਰ ਦੇ ਨਾਲ ਪ੍ਰੇਮ ਪਾਇਆ, ਪਰਮੇਸ਼ਰ ਨੂੰ ਵਿਸਾਰ ਦਿੱਤਾ। ਹਜੂਰ ਨੇ ਫਰਮਾਨ ਕੀਤਾ ਪਰਜ ਵਿਗੋਈ। ਇਸ ਸੰਸਾਰ ਦੇ ਜਿਹੜੇ ਪਰਜਾ ਹੈ ਨਾ ਉਹ ਬਾਰ-ਬਾਰ ਖਰਾਬ ਹੋ ਰਹੀ ਹੈ। ਪਰਮੇਸ਼ਰ ਦੇ ਉਪਦੇਸ਼ ਧਾਰਨ ਕੀਤੇ ਤੋਂ ਬਿਨਾਂ, ਵਾਹਿਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਵਣੇ ਤੋਂ ਬਿਨਾਂ ਭਾਈ ਦੂਜਾ ਪਰਜ ਵਿਗੋਈ। ਸੰਸਾਰ ਦੇ ਵਿੱਚ ਮਨ ਪਰਜਣੇ ਕਰਕੇ ਉਹ ਜੀਵ ਬਾਰ-ਬਾਰ ਸੰਸਾਰ ਦੇ ਧੋਖੇ ਵਿੱਚ ਹੀ ਪਰਜਦੇ ਰਹੇ ਹਨ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਹੈ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਨਹੀਂ ਪ੍ਰਾਪਤ ਕੀਤੀ, ਕਿਉਂਕਿ ਪੂਰੇ ਸਤਿਗੁਰਾਂ ਤੋਂ ਬਿਨਾਂ ਵਾਹਿਗੁਰੂ ਦੇ ਨਾਮ ਦੀ ਦਾਤ ਹੋਰ ਕਿਤੇ ਨਹੀਂ ਪ੍ਰਾਪਤ ਹੋ ਸਕਦੀ। ਇਹ ਪੱਕੀ ਮੋਹਰ ਲਗਾ ਦਿੱਤੀ ਹੈ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿ ਇਕੱਲਾ ਦੁਕੱਲਾ ਨਾ ਤਾਂ ਨਾਮ ਦੀ ਦਾਤ ਕਿਸੇ ਨੂੰ ਕੋਈ ਦੇ ਸਕਦਾ ਹੈ ਤੇ ਨਾ ਲੈਣ ਦਾ ਹੱਕਦਾਰ ਹੈ। ਜਿਹੜਾ ਇਕੱਲਾ ਕੋਈ ਨਾਮ ਦੀ ਦਾਤ ਕਿਸੇ ਨੂੰ ਦਿੰਦਾ ਹੈ ਨਾ, ਕਿ ਮੈਂ ਨਾਮ ਦੀ ਦਾਤ ਤੈਨੂੰ ਦੇਣਾ, ਕਹਿੰਦੇ ਉਹ ਦਾਤ ਦੇਣ ਵਾਲਾ ਤੇ ਲੈਣ ਵਾਲਾ ਦੋਵੇਂ ਨਰਕਾਂ ਦੇ ਭਾਗੀ ਬਣਦੇ ਆ। ਇਹ ਸਾਧ ਸੰਗਤ ਜੀ ਗੁਰੂ ਘਰ ਦੀ ਮਰਜ਼ਾਦਾ ਹੈ। ਪੰਜ ਪਿਆਰੇ ਸਹਿਬਾਨ ਜਦੋਂ ਮਰਜ਼ਾਦਾ ਦ੍ਰਿੜ ਕਰਾਉਂਦੇ ਉਸ ਸਮੇਂ ਭਜਨ ਕਰਦੇ ਆ ਕਿ ਖਾਲਸਾ ਜੀ ਕੇਵਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਪੰਜਾਂ ਪਿਆਰਿਆਂ ਤੋਂ ਹੀ ਨਾਮ ਦੀ ਦਾਤ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਨਾਮ ਦੀ ਦਾਤ ਨਹੀਂ ਜੀਵ ਨੂੰ ਪ੍ਰਾਪਤ ਹੋ ਸਕਦੀ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ। ਭਾਵੇਂ ਜਿਤਨਾ ਮਰਜੀ ਯਤਨ ਕਰ ਕਰਕੇ ਦੇਖ ਲੈ, ਝੂਠੇ ਦੁਨੀਆ ਦੇ ਤੰਤਰ ਮੰਤਰ ਤਾਂ ਪ੍ਰਾਪਤ ਹੋ ਜਾਣਗੇ, ਪਰ ਸਤਿਗੁਰਾਂ ਦੇ ਬਾਝੋਂ ਸੱਚੇ ਨਾਮ ਦੀ ਦਾਤ ਨਹੀਂ ਕਦੇ ਵੀ ਪ੍ਰਾਪਤ ਹੋ ਸਕਦੀ। ਕਿਉਂਕਿ ਸਾਧ ਸੰਗਤ ਜੀ ਕੰਨਾਂ ਵਿੱਚ ਮੰਤਰ ਦੇਣ ਵਾਲੇ ਵੀ ਅੱਜ ਬਹੁਤ ਦੁਕਾਨਾਂ ਖੋਲ੍ਹ ਕਰਕੇ ਬੈਠੇ ਹੋਏ ਹੈ। ਕੋਈ ਕੁੜੀਆਂ ਵਿੱਚ ਸਵਾਬ ਬਣ ਕੇ, ਕੋਈ ਕਿਸੇ ਤਰ੍ਹਾਂ ਕਰਕੇ ਮੰਤਰ ਦਿੰਦਾ, ਕੋਈ ਕਿਸੇ ਤਰ੍ਹਾਂ ਨਾਮ, ਕੋਈ ਪਾਣੀ ਵਿੱਚ ਫੂਕਾ ਮਾਰ ਕੇ ਦੇਈ ਜਾਂਦਾ। ਪਰ ਜੋ ਸੱਚੇ ਨਾਮ ਦੀ ਦਾਤ ਉਹ ਸਤਿਗੁਰੂ ਜੀ ਤੋਂ ਬਿਨਾਂ ਨਹੀਂ ਕਿਤੇ ਪ੍ਰਾਪਤ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਸੋ ਲੋਚੈ ਕੋਈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਭਾਵੇਂ ਸੈਂਕੜੇ ਹੀ ਲੋਚਨਾ ਆਪਣੇ ਮਨ ਵਿੱਚ ਧਾਰਨ ਕਰ ਲੈ, ਜੇ ਸੌ ਲੋਚੈ ਕੋਈ, ਤੇ ਭਾਵੇਂ ਅਨੇਕਾਂ ਸੰਸਾਰ ਦੇ ਅੰਦਰ ਯਤਨ ਕਰ ਕਰਕੇ ਦੇਖ ਲੈ, ਸੈਂਕੜੇ ਵਾਰ ਭਾਵੇਂ ਹੋਰ ਲੋਚਨਾ ਕਰ ਕਰਕੇ, ਹੋਰ ਦਰ ਦਰ ਦੇ ਭਟਕ ਕੇ ਦੇਖ ਲੈ, ਪਰ ਸਤਿਗੁਰੂ ਜੀ ਤੋਂ ਬਿਨਾਂ ਕਦੇ ਸੱਚੇ ਨਾਮ ਦੀ ਦਾਤ ਨਹੀਂ ਤੈਨੂੰ ਪ੍ਰਾਪਤ ਹੋਣ ਵਾਲੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ, ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਹਰਿ ਕਾ ਨਾਉ ਅਤਿ ਵੱਡ ਉੱਚਾ। ਹਰੀ ਪਰਮੇਸ਼ਰ ਦਾ ਨਾਮ ਅਤਿਸ਼ੇ ਕਰਕੇ ਵੱਡਿਆਂ ਤੋਂ ਵੱਡਾ ਹੈ, ਉੱਚਿਆਂ ਤੋਂ ਉੱਚਾ ਹੈ। ਸਾਧ ਸੰਗਤ ਜੀ ਜਗਤ ਅੰਦਰ ਭਾਵੇਂ ਜਿਤਨੇ ਵੀ ਸੰਸਾਰ ਦੇ ਸਾਧਨ ਹੈ ਨਾ, ਲੱਖਾਂ ਹੀ ਸੰਸਾਰ ਦੇ ਅੰਦਰ ਸਾਧਨ ਹਨ, ਕਰਮ ਕਾਂਡ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਤੱਕ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ ਜਾਂਦਾ, ਦੁਨੀਆ ਦੇ ਭਾਵੇਂ ਲੱਖਾਂ ਜਿਤਨੇ ਮਰਜ਼ੀ ਸਾਧਨ ਸਾਧ ਕਰਕੇ ਕੋਈ ਦੇਖ ਲਵੇ, ਪਰ ਜੀਵ ਨੂੰ ਮੁਕਤੀ ਦੀ ਦਾਤ ਨਹੀਂ ਕਦੇ ਪ੍ਰਾਪਤ ਹੋ ਸਕਦੀ। ਜਿਵੇਂ
ਏਕੇ ਤੋਂ ਬਿਨਾਂ ਸਿਫਰਾਂ ਜਿਤਨੀਆਂ ਮਰਜ਼ੀ ਕੋਈ ਲਾਈ ਜਾਵੇ ਤੇ ਸਾਧ ਸੰਗਤ ਜੀ ਕਿਸੇ ਵੀ ਸਿਫਰ ਦਾ, ਕਿਸੇ ਜੀਰੋ ਦਾ ਕੋਈ ਮੁੱਲ ਨਹੀਂ ਪੈਂਦਾ। ਏਕਾ ਲੱਗੇਗਾ ਤਾਂ ਹੀ ਸਾਧ ਸੰਗਤ ਜੀ ਸਿਫਰਾਂ ਦਾ ਮੁੱਲ ਪੈਂਦਾ ਹੈ। ਤਿਵੇਂ ਇਹ ਜਾਣੋ ਕਿ ਜਿਤਨੇ ਵੀ ਦੁਨੀਆ ਦੇ ਸਾਧਨ ਹੈ ਨਾ, ਸਿਫਰਾਂ ਦੀ ਤਰ੍ਹਾਂ, ਜ਼ੀਰੋਆਂ ਦੀ ਤਰ੍ਹਾਂ ਨੇ। ਪਰਮੇਸ਼ਰ ਦੇ ਇੱਕ ਨਾਮ ਜਪੇ ਤੋਂ ਬਿਨਾਂ ਕਿਸੇ ਵੀ ਸਾਧਨ ਦਾ ਕੋਈ ਮੁੱਲ ਨਹੀਂ ਹੈ। ਪਰਮੇਸ਼ਰ ਦੇ ਦਰ ਤੇ, ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨਗੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਹਰ ਕਾ ਨਾਮ ਅਤ ਵੱਡ ਉੱਚਾ। ਪਰਮੇਸ਼ਰ ਦਾ ਨਾਮ ਅਤਿਸ਼ੇ ਕਰਕੇ ਜਾਣੋ ਕਿ ਸਭ ਤੋਂ ਵੱਡਾ ਹੈ। ਦੁਨੀਆ ਦੇ ਜਿਤਨੇ ਵੀ ਵੱਡੇ ਵੱਡੇ ਸਾਧਨ ਹਨ, ਵੱਡੇ ਵੱਡੇ ਭਾਵੇਂ ਉਹਨਾਂ ਦੇ ਬੜੇ ਮਹਾਤਮ ਦਰਸਾਏ ਜਾਂਦੇ ਹੈ, ਪਰ ਪਰਮੇਸ਼ਰ ਦੇ ਨਾਮ ਜੈਸਾ ਕਿਸੇ ਵਿੱਚ ਵੀ ਸਾਧ ਸੰਗਤ ਜੀ ਮਹਾਤਮ ਨਹੀਂ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਚਨ ਕਰਦੇ, ਪਰਮੇਸ਼ਰ ਦਾ ਨਾਮ ਸਭ ਤੋਂ ਉੱਚਾ ਹੈ। ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੀ ਸੁਰਤ ਨੂੰ ਉੱਚੀਆਂ ਕੀਤਾ ਨਾ, ਸੰਸਾਰ ਤੋਂ ਹਟਾ ਕੇ, ਉਹਨਾਂ ਦੀ ਸਾਧ ਸੰਗਤ ਜੀ ਸੋਭਾ ਵੀ ਫਿਰ ਉੱਚੀ ਹੋਈ ਹੈ। ਉੱਚੀ ਹੋ ਉੱਚਾ ਹੋਈ। ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਪਰਮੇਸ਼ਰ ਦੇ ਨਾਲ ਸੁਰਤੀ ਬਿਰਤੀ ਜੋੜ ਕੇ ਰੱਬ ਦਾ ਚਿੰਤਨ ਕੀਤਾ, ਉੱਚੇ ਸੁੱਚੇ ਸਭ ਤੋਂ ਵੱਡੇ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦੀ ਸੋਭਾ ਵਡਿਆਈ ਸਭ ਤੋਂ ਉੱਚੀ ਹੋ ਗਈ ਹੈ ਸਭ ਥਾਵਾਂ ਤੇ। ਅਥਵਾ ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉੱਚੀ ਹੋ ਉੱਚੀ ਹੋਈ। ਕਹਿੰਦੇ ਹਨ ਸੰਸਾਰ ਦੇ ਵਿੱਚ ਜਿਹੜੀ ਜੁੜੀ ਹੋਈ ਉਹਨਾਂ ਦੀ ਸੁਰਤ ਸੀ ਨਾ, ਉਹ ਫਿਰ ਉੱਚੀਆਂ ਤੋਂ ਉੱਚੀ ਹੋ ਗਈ, ਪਰਮੇਸ਼ਰ ਦੇ ਵਿੱਚ ਲੀਨ ਹੋ ਗਈ ਹੈ। ਸੰਸਾਰਾਕਾਰ ਬਿਰਤੀ ਹਟ ਕੇ ਬ੍ਰਹਮਾਕਾਰ ਦੇ ਵਿੱਚ ਉੱਚੀ ਹੋ ਗਈ ਹੈ। ਕੋਈ ਨਾ ਸਕਈ। ਫਿਰ ਉਹਨਾਂ ਗੁਰਮੁਖਾਂ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ। ਅੱਪੜ ਭਾਵ ਅੱਪੜਨਾ, ਬੌੜਨਾ, ਬਰਾਬਰਤਾ ਕਰਨੀ, ਸਦਰਸ਼ਤਾ ਪ੍ਰਾਪਤ ਕਰਨੀ, ਉਹਨਾਂ ਦੇ ਸਦਰਸ਼ ਨਹੀਂ ਕੋਈ ਹੋ ਸਕਦਾ ਜਿਨ੍ਹਾਂ ਦੀ ਸੁਰਤੀ ਬ੍ਰਹਮਾਕਾਰ ਹੋ ਗਈ ਹੈ। ਜਿਨ੍ਹਾਂ ਨੇ ਸੰਸਾਰ ਵੱਲੋਂ ਸੁਰਤੀ ਬਿਰਤੀ ਹਟਾ ਕੇ ਬ੍ਰਹਮ ਦੇ ਵਿੱਚ ਲੀਨ ਕਰ ਲਈ ਹੈ, ਉਹਨਾਂ ਸਤਿਪੁਰਸ਼ਾਂ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਕੋਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੈਂਕੜੇ ਵਾਰ ਭਾਵੇਂ ਕੋਈ ਲੋਚ ਕਰਕੇ ਦੇਖ ਲਵੇ, ਪਰ ਪਰਮੇਸ਼ਰ ਦੇ ਪਿਆਰਿਆਂ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ। ਭਾਵੇਂ ਸੰਸਾਰ ਦਾ ਕੋਈ ਚੱਕਰਵਰਤੀ ਬਾਦਸ਼ਾਹ ਵੀ ਕਿਉਂ ਨਾ ਹੋਵੇ, ਕੋਈ ਸ਼ਾਹੂਕਾਰ ਧਨਾੜ ਪੁਰਸ਼ ਵੀ ਕਿਉਂ ਨਾ ਹੋਵੇ, ਜਿਵੇਂ ਹਜ਼ੂਰ ਦੇ ਬਚਨ ਆਉਂਦੇ ਆ ਨਾ, ਪੰਡਿਤ ਛਤਰਪਤ, ਭਾਵੇਂ ਕੋਈ ਪੰਡਿਤ ਵਿਦਵਾਨ ਵੀ ਹੋਵੇ, ਛਤਰਪਤੀ ਵੀ ਕੋਈ ਹੋਵੇ, ਰਾਜਾ ਮਹਾਰਾਜਾ ਹੋਵੇ, ਪਰ ਭਗਤ ਬਰਾਬਰ ਔਰ ਨਾ ਕੋਈ। ਪਰਮੇਸ਼ਰ ਦੇ ਪ੍ਰੇਮਾ ਭਗਤੀ ਕਰਨ ਵਾਲੇ ਦੇ ਬਰਾਬਰ ਨਹੀਂ ਕੋਈ ਹੋ ਸਕਦਾ। ਸੰਜਮ ਹੱਛਾ ਨਾ ਹੋਵਈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਦੁਨੀਆ ਦੇ ਭਾਵੇਂ ਕੋਈ ਸੰਜਮ ਨੇਮ ਰੱਖ ਕਰਕੇ ਦੇਖ ਲਵੇ, ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ, ਪਰ ਮੁਖ ਸੰਜਮ ਹੱਛਾ ਨਾ ਹੋਵਈ। ਕਹਿੰਦੇ ਉਹਨਾਂ ਦਾ ਪ੍ਰਤੱਖ ਮੁਖ ਵੀ ਜਿਹੜਾ ਹੈ, ਸਾਧ ਸੰਗਤ ਜੀ ਹੱਛਾ ਕਹਿੰਦੇ ਨੇ ਸਵੱਛ ਨੂੰ, ਸ਼ੁੱਧਤਾ ਨੂੰ, ਸ਼ੁੱਧ ਨਹੀਂ ਹੋ ਸਕਦਾ। ਤੇ ਹਿਰਦਾ ਰੂਪੀ ਮੁਖ ਵੀ ਉਹਨਾਂ ਦਾ ਕਦੇ ਸਾਧ ਸੰਗਤ ਦੀ ਸ਼ੁੱਧ ਨਹੀਂ ਹੋ ਸਕਦਾ। ਕਰ ਭੇਖ ਭਵੈ ਸਭ ਕੋਈ। ਕਹਿੰਦੇ ਭਾਵੇਂ ਅਨੇਕਾਂ ਹੀ ਭੇਖ ਧਾਰਨ ਕਰ ਕਰਕੇ ਦੇਖ ਲਵੇ, ਭਾਵੇਂ ਸੰਸਾਰ ਦੇ ਅੰਦਰ ਭਟਕ ਕੇ ਭਾਵੇਂ ਦੇਖ ਲਵੇ, ਦੁਨੀਆ ਭਰ ਦੇ ਭੇਖ ਧਾਰਨ ਕਰ ਕਰਕੇ ਦੇਖ ਲਵੇ, ਪਰ ਹਿਰਦਾ ਰੂਪੀ ਮੁਖੜਾ ਕਦੇ ਸ਼ੁੱਧ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਵਡਭਾਗਾ ਜੀਵ ਮਨ ਵਿੱਚ ਇਹ ਭਾਵਨਾ ਧਾਰਨ ਕਰਕੇ, ਨਿਸ਼ਚਾ ਭਰੋਸਾ ਧਾਰਨ ਕਰਕੇ ਸਤਿਗੁਰੂ ਜੀ ਤੇ ਹਜ਼ੂਰ ਦੀ ਦਰਸਾਈ ਹੋਈ ਸਾਧ ਸੰਗਤ ਦੀ ਪਾਉ ਭਗਤੀ ਰੂਪ ਪੌੜੀ ਤੇ ਚੜ ਜਾਂਦਾ ਹੈ। ਕਹਿੰਦੇ ਕਰਮਾਂ ਕਰਕੇ ਜਾਣੋ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਅਥਵਾ ਗੁਰ ਕੀ ਪੌੜੀ ਜਾਏ ਚੜ੍ਹੈ। ਕੌਣ? ਸਤਿਗੁਰੂ ਜੀ ਦੀ ਸਿੱਖਿਆ ਰੂਪ ਪੌੜੀ ਤੇ ਚੜ੍ਹੇ ਹਨ, ਜਿਨ੍ਹਾਂ ਨੂੰ ਪੂਰਬਲੇ ਕਮਾਏ ਹੋ ਨਿਸ਼ਕਾਮ ਕਰਮ ਸਨ, ਕਰਮ ਪ੍ਰਾਪਤ ਹੋਏ, ਜਿਨ੍ਹਾਂ ਨੇ ਪੂਰਬਲੇ ਕਮਾਏ ਹੋ ਨਿਸ਼ਕਾਮ ਕਰਮਾਂ ਰੂਪੀ ਬੀਜ ਬੀਜਿਆ ਸੀ। ਇਸ ਜਨਮ ਦੇ ਵਿੱਚ ਉਹਦਾ ਫਲ ਪ੍ਰਾਪਤ ਹੋਇਆ, ਗੁਰ ਕੀ ਪੌੜੀ ਜਾਏ ਚੜ੍ਹੈ। ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਸਿੱਖਿਆ ਰੂਪ ਪੌੜੀ ਤੇ ਚੜ੍ਹ ਗਏ ਹਨ। ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸਾਏ ਹੋਏ ਭਾਵ ਭਗਤੀ ਦੇ ਪੌੜੀ ਤੇ ਚੜ੍ਹ ਜਾਣਾ ਕੀਤਾ ਹੈ। ਅੰਤਰ ਆਏ ਵਸੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਸਰੂਪ ਉਹਨਾਂ ਦੇ ਹਿਰਦੇ ਅੰਦਰ ਆ ਵਸਿਆ ਹੈ। ਗੁਰ ਸ਼ਬਦ ਵਿਚਾਰੈ ਕੋਏ, ਜਿਨ੍ਹਾਂ ਨੇ ਕੋਏ ਵਿਰਲੇ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਕੀਤੀ ਹੈ, ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਕੀਤਾ, ਹਜੂਰ ਤੋਂ ਉਪਦੇਸ਼ ਧਾਰਨ ਕਰਕੇ ਜਿਹੜੇ ਸ਼ਬਦ ਦੇ ਵਿਚਾਰਵਾਨ ਬਣੇ ਹਨ, ਪਰਮੇਸ਼ਰ ਉਹਨਾਂ ਦੇ ਹਿਰਦੇ ਅੰਦਰ ਆ ਵਸਿਆ ਹੈ। ਨਾਨਕ ਸ਼ਬਦ ਮਰੈ ਮਨ ਮਾਨੀਐ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹੈ। ਹਜੂਰ ਫਰਮਾਉਂਦੇ ਹਨ, ਨਾਨਕ ਸ਼ਬਦ ਮਰੈ ਮਨ ਮਾਨੀ ਹੈ। ਕਿਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਮੰਨਿਆ ਹੈ, ਜਿਨ੍ਹਾਂ ਨੇ ਸ਼ਬਦ ਦੁਆਰਾ ਮਨ ਨੂੰ ਮਾਰਿਆ ਹੈ, ਜਿਨ੍ਹਾਂ ਨੇ ਸ਼ਬਦ ਦੁਆਰਾ ਹੰਕਾਰ ਨੂੰ ਆਪਾ ਭਾਵ ਨੂੰ ਅਪਾਵ ਕਰ ਦਿੱਤਾ ਹੈ, ਉਹਨਾਂ ਗੁਰਮੁਖਾਂ ਦਾ ਮਨ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਮੰਨ ਗਿਆ ਹੈ। ਸਤਿਗੁਰੂ ਜੀ ਦੀ ਸਿੱਖਿਆ ਨੂੰ ਪੌੜੀ ਤੇ ਚੜ੍ਹਨ ਦੇ ਵਿੱਚ ਉਹਨਾਂ ਦਾ ਮਨ ਮੰਨ ਗਿਆ ਹੈ, ਜਿਨ੍ਹਾਂ ਨੇ ਸ਼ਬਦ ਦੁਆਰਾ ਆਪਾ ਭਾਵ ਅਪਾਵ ਕਰ ਦਿੱਤਾ ਹੈ। ਕਿਉਂਕਿ ਜਿੰਨੀ ਦੇਰ ਤੱਕ ਸਾਧ ਸੰਗਤ ਜੀ ਆਪਣਤ ਨਾ ਮਿਟੇ, ਸਤਿਗੁਰੂ ਜੀ ਦੀ ਸਿੱਖਿਆ ਅਨੁਸਾਰ ਵੀ ਉਨੀ ਦੇਰ ਤੱਕ ਨਹੀਂ ਚੱਲਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸਾਏ ਹੋਏ ਮਾਰਗ ਤੇ ਨਹੀਂ ਚੱਲਿਆ ਜਾਂਦਾ, ਉਨੀ ਦੇਰ ਤੱਕ ਸਤਿਗੁਰਾਂ ਦੀ ਸਿੱਖਿਆ ਜਿਹੜੀ ਹੈ ਨਾ, ਉਹ ਵੀ ਉਲਟੀ ਲੱਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਤਾਂ ਸਭ ਦਾ ਭਲਾ ਕਰਦੇ ਨੇ, ਹਜੂਰ ਸਭ ਦੇ ਤਾਂ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਆ, ਪਰ ਆਪਣਤ ਹੋਣੇ ਕਰਕੇ, ਮਨ ਵਿੱਚ ਹੰਕਾਰ ਹੋਣੇ ਕਰਕੇ ਸਤਿਗੁਰੂ ਜੀ ਦੀ ਸਿੱਖਿਆ ਵੀ ਸਾਨੂੰ ਉਲਟੀ ਜਾਪਦੀ ਹੈ। ਤੇ ਜਿਹੜੇ ਸੰਸਾਰ ਦੇ ਜੀਵ ਉਲਟੀਆਂ ਸਿੱਖਿਆ ਦਿੰਦੇ ਆ, ਉਹਨਾਂ ਦੀ ਸਿੱਖਿਆ ਜਿਹੜੀਆਂ ਹੈ, ਅਨਮਤੀਆਂ ਦੀ ਜਿਹੜੀ ਖੋਟੀ ਸਿੱਖਿਆ, ਉਹ ਮਨ ਨੂੰ ਚੰਗੀ ਲੱਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਨੇ, ਜਿਨ੍ਹਾਂ ਨੇ ਸ਼ਬਦ ਦੁਆਰਾ ਆਪਾ ਭਾਵ ਮਾਰ ਦਿੱਤਾ ਹੈ, ਮਨ ਮਾਨੀ ਹੈ, ਉਹਨਾਂ ਦਾ ਮਨ ਮੰਨ ਗਿਆ ਹੈ ਸਤਿਗੁਰੂ ਜੀ ਦੀ ਸਿੱਖਿਆ ਅਨੁਸਾਰ ਚੱਲਣੇ ਵਿੱਚ। ਸੱਚੇ ਪਰਮੇਸ਼ਰ ਦੇ ਨਾਮ ਦੁਆਰਾ ਉਹਨਾਂ ਦੀ ਸੱਚੀ ਸੋਭਾ ਹੋਈ ਹੈ, ਹੋ ਰਹੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਜਿਨ੍ਹਾਂ ਨੇ ਆਪਣੇ ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਦੇ ਮੰਨਣ ਵਿੱਚ ਮਨਾ ਲਿਆ ਹੈ, ਸ਼ਬਦ ਦਾ ਅਭਿਆਸ ਕਰ ਕਰਕੇ ਜਿਨ੍ਹਾਂ ਨੇ ਮਨ ਨੂੰ ਸਤਿਗੁਰੂ ਜੀ ਦੀ ਸਿੱਖਿਆ ਦੇ ਵਿੱਚ ਲਾਇਆ ਹੈ। ਹੇ ਮਨਾ, ਗਰੀਬ ਨਵਾਜ਼ ਸਤਿਗੁਰੂ ਜੀ ਜੋ ਉਪਦੇਸ਼ ਬਖਸ਼ਿਸ਼ ਕਰਦੇ, ਇਹਦੇ ਵਿੱਚ ਹੀ ਤੇਰਾ ਭਲਾ ਹੈ, ਇਹਦੇ ਵਿੱਚ ਹੀ ਤੈਨੂੰ ਸੁਖ ਪ੍ਰਾਪਤ ਹੋਵੇਗਾ। ਜਿਨ੍ਹਾਂ ਨੇ ਬਾਰ-ਬਾਰ ਆਪਣੇ ਮਨ ਦੇ ਤਾਈ ਸਮਝਾਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ। ਕਹਿੰਦੇ ਗੁਰਮੁਖ ਪਿਆਰੇ ਮਨ ਦੇ ਨਾਲ ਹੀ ਬਾਰ-ਬਾਰ ਝਗੜਾ ਕਰਦੇ ਹੈ, ਮਨ ਦੇ ਨਾਲ ਹੀ ਬਾਰ-ਬਾਰ ਵਿਚਾਰਾਂ ਕਰਦੇ ਹੈ, ਤੇ ਫਿਰ ਮਨ ਹੀ ਮੰਝ ਸਵਾਏ, ਮਨ ਦੁਆਰਾ ਹੀ ਪਰਮੇਸ਼ਰ ਦੇ ਵੀ ਸਮਾ ਜਾਂਦੇ ਹੈ। ਐਸਾ ਗੁਰਮੁਖਾਂ ਦਾ ਜੀਵਨ ਹੁੰਦਾ ਹੈ, ਜਿਹੜੇ ਦੁਨੀਆ ਦੇ ਝਗੜੇ ਛੱਡ ਕਰਕੇ ਆਪਣੇ ਮਨ ਦੇ ਨਾਲ ਬਾਰ-ਬਾਰ ਝਗੜਦੇ ਹੈ। ਝਗੜਾ ਕਿਹੋ ਜਿਹਾ ਕਰਦੇ ਹੈ? ਮਨ ਨੂੰ ਬਾਰ-ਬਾਰ ਸੰਬੋਧਨ ਕਰਦੇ ਤਾੜਦੇ ਹੈ, ਹੇ ਮਨਾ ਖੋਟੀ ਸੰਗਤ ਦੇ ਵੱਲ ਨਹੀਂ ਜਾਣਾ, ਹੇ ਮਨਾ ਸੰਸਾਰ ਦੇ ਅੰਦਰ ਬੁਰੇ ਕਰਮ ਨਹੀਂ ਕਰਨੇ, ਔਗੁਣਾਂ ਨੂੰ ਨਹੀਂ ਧਾਰਨ ਕਰਨਾ, ਹੇ ਮਨਾ ਸ਼ੁਭ ਗੁਣਾਂ ਦਾ ਧਾਰਨੀ ਬਣਨਾ ਹੈ। ਕਿਉਂਕਿ ਮਨ ਦੀ ਹਾਲਤ ਅਜਿਹੀ ਹੈ, ਗਿਰਾਵਟ ਵਾਲੇ ਪਾਸੇ ਦੌੜ ਕਰਕੇ ਕਾਲੀ ਦੇ ਨਾਲ ਜਾਂਦਾ ਹੈ, ਤੇ ਮਨ ਦੇ ਨਾਲ ਬਾਰ-ਬਾਰ ਝਗੜਾ ਕਰਦੇ ਹਨ ਗੁਰਮੁਖ ਪਿਆਰੇ। ਸ਼ਬਦ ਦੁਆਰਾ ਵਿਚਾਰ ਕਰ ਕਰਕੇ ਆਪਾ ਭਾਵ ਜਿਨ੍ਹਾਂ ਨੇ ਅਭਾਵ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੱਚੀ ਸੋਭਾ ਹੋ ਰਹੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਇ, ਨਾਨਕ ਸ਼ਬਦ ਮਰੈ ਮਨ ਮਾਨੀਐ, ਸਾਚੇ ਸਾਚੀ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।